हाँ जी बेटा, ये ਤੁਹਾਡਾ ਜਨਰਲ ਸਕਿੱਲਸ ਦਾ ਚੈਪਟਰ ਨੰਬਰ 1 ਹੈਗਾ। ਜਨਰਲ ਸਕਿੱਲਸ ਇਹ ਪਹਿਲੀ ਗੱਲ ਤੋਂ ਇਹਦੇ ਵਿੱਚ ਆਪਾਂ ਪੜਾਂਗੇ ਇਹ ਪੂਰਾ ਸਬਜੈਕਟ ਕੀ ਹੈਗਾ, ਕਿਸ ਇਸ ਦੌਰਾਨ ਕੀ ਵੇਖਿਆ। ਤੁਸੀਂ ਬਹੁਤ ਵਾਰ ਵੇਖਿਆ ਨਾ, ਬੱਚੇ ਪੜ੍ਹੇ ਲਿਖੇ ਹੈ ਅਤੇ ਇੰਪਲੋਇਮੈਂਟ ਨਹੀਂ ਮਿਲਦਾ। ਇਹ ਕਾਰਨ ਇਹ ਨਹੀਂ ਕਿ ਨੌਕਰੀਆਂ ਘੱਟ ਨੇ, ਪਰ ਉਹਦੀ ਜਗ੍ਹਾ ਕੋਈ ਹੋਰ ਬੰਦਾ ਤਾਂ ਰੱਖਿਆ ਹੀ ਜਾਂਦਾ ਨਾ। ਵਾਈ ਪੀਪਲ ਐਜੂਕੇਟਿਡ ਪੀਪਲ ਆਰ ਨਾਟ ਗੈਟਿੰਗ ਜੋਬਸ। ਜਾਂ ਹੋ ਸਕਦਾ ਬੰਦਾ ਪੜ੍ਹਿਆ ਲਿਖਿਆ ਨਾ, ਉਹਨੂੰ ਨਾ ਮਿਲੀ ਜੋਬ ਤਾਂ ਚਲੋ ਵੱਖਰੀ ਗੱਲ ਹੈ, ਬਟ ਐਜੂਕੇਟਿਡ ਪੀਪਲ ਵੀ ਕਦੀ ਕਦੀ ਜੋਬ ਲੈਣੋਂ ਰਹਿ ਜਾਂਦੇ ਨੇ। ਉਹ ਕਿਉਂ ਹੁੰਦਾ, ਉਹਨਾਂ ਦੇ ਬਾਰੇ ਇਸ ਆਪਾਂ ਚੈਪਟਰ 'ਚ ਪੜ੍ਹਾਂਗੇ। ਇਸ ਪੂਰੇ ਸਬਜੈਕਟ 'ਚ ਸਾਨੂੰ ਦੱਸਿਆ ਜਾਏਗਾ ਕੀ ਸਕਿੱਲਸ ਕਿਸੇ ਬੰਦੇ ਕੋਲ ਹੋਣੇ ਚਾਹੀਦੇ ਨੇ ਤਾਂ ਕਿ ਉਹ ਆਪਣੇ ਆਪ ਨੂੰ ਇੰਪਲੋਏਬਲ ਬਣਾ ਸਕੇ, ਉਹਨੂੰ ਕੰਪਨੀ ਕੋਈ ਰੱਖੇ ਅਤੇ ਕੰਪਨੀ ਨੂੰ ਫਾਇਦਾ ਹੋਵੇ। ਠੀਕ ਹੈ ਨਾ। ਵੇਖੋ, ਸਭ ਤੋਂ ਪਹਿਲਾਂ तो ਚੈਪਟਰ ਨੰਬਰ 1 ਹੈਗਾ। ਤੋ ਸਭ ਤੋਂ ਪਹਿਲਾਂ ਜੇ ਮੰਨ ਲਓ ਤੁਸੀਂ ਇੰਪਲੋਇਰ ਹੋ। ਇੰਪਲੋਇਰ ਕੀ ਹੁੰਦਾ? ਇੰਪਲੋਇਰ ਕੀ ਹੁੰਦਾ? ਜਿਹੜਾ ਤੁਹਾਨੂੰ ਨੌਕਰੀ 'ਤੇ ਰੱਖਦਾ ਹੈ। ਅਤੇ ਇੰਪਲੋਈ ਹੁੰਦਾ ਜਿਹੜਾ ਨੌਕਰੀ ਕਰਦਾ ਹੈ। ਜਿੱਦਾਂ ਅਸੀਂ ਵੀ ਆਰ ਗਵਰਨਮੈਂਟ ਇੰਪਲੋਈਜ਼ ਅਤੇ ਸਰਕਾਰ ਸਾਡੀ ਨੌਕਰੀ ਦੇਣ ਵਾਲੀ ਇੰਪਲੋਇਰ ਹੈ। ਠੀਕ ਹੈ ਜੀ। ਅਤੇ ਸਭ ਤੋਂ ਪਹਿਲਾਂ ਜੋ ਗ੍ਰੇਟੈਸਟ ਕੰਸਰਨ ਕਿਸੇ ਵੀ ਇੰਪਲੋਇਰ ਦਾ, ਕੰਸਰਨ ਮਤਲਬ ਚਿੰਤਾ ਦਾ ਵਿਸ਼ੇ ਕਿਸੇ ਵੀ ਇੰਪਲੋਇਰ ਦਾ ਕੀ ਹੁੰਦਾ ਕਿ ਗੁੱਡ ਵਰਕਰ ਉਹਨਾਂ ਨੂੰ ਮਿਲ ਜਾਣ, ਚੰਗੇ ਵਰਕਰ ਉਹਨਾਂ ਨੂੰ ਮਿਲ ਜਾਣ। ਠੀਕ ਹੈ। ਇੱਕ ਵਾਰੀ ਚੰਗੇ ਵਰਕਰ ਮਿਲ ਗਿਆ, ਫਿਰ ਉਹਨਾਂ ਨੂੰ ਟ੍ਰੇਨ ਕਰਨ ਦਾ, ਉਹਨਾਂ ਨੂੰ ਟ੍ਰੇਨਿੰਗ ਕਰਨ ਦੇਣਾ। ਇਹ ਦੋ ਸਭ ਤੋਂ ਵੱਡੇ ਕੰਸਰਨ ਹੁੰਦੇ ਕਿਸੇ ਵੀ ਇੰਪਲੋਇਰ ਦੇ, ਕਿ ਪਹਿਲਾਂ ਉਹ ਸੋਚਦੇ ਕਿ ਚਲੋ ਸਾਨੂੰ ਪਹਿਲਾਂ ਵਧੀਆ ਵਰਕਰ ਮਿਲ ਜਾਵੇ, ਤਾਂ ਇੰਟਰਵਿਊਜ਼ ਵਗੈਰਾ ਪ੍ਰੋਪਰ ਪੇਪਰ ਹੁੰਦਾ ਹੈ, ਕੰਡਕਟ ਕਰਾਇਆ ਜਾਂਦਾ ਹੈ। ਫਿਰ ਬਾਅਦ 'ਚੋਂ ਅਗਲੀ ਵਾਰੀ ਆਉਂਦੀ ਹੈ, ਥੋੜ੍ਹਾ ਵੇਰ ਉਹਨਾਂ ਨੂੰ ਪ੍ਰੋਬੇਸ਼ਨ ਪੀਰੀਅਡ ਦੇ ਦਿੱਤਾ ਜਾਂਦਾ, ਕਿ ਟ੍ਰੇਨਿੰਗ ਦਾ ਪੀਰੀਅਡ ਜਿਹੜਾ ਹੁੰਦਾ ਉਹਨਾਂ ਦੀ। ਇਹ ਦੋ ਸਭ ਤੋਂ ਵੱਡੇ ਕੰਸਰਨ ਹੁੰਦੇ ਨੇ। ਕਿਉਂ ਹੁੰਦਾ ਇਸ ਤਰ੍ਹਾਂ ਕਿ ਹਾਂ ਵੀ ਬੰਦਾ ਪੜ੍ਹ ਲਿਖ ਵੀ ਜਾਂਦਾ ਹੈ ਅਤੇ ਫਿਰ ਵੀ ਨੌਕਰੀ ਨਹੀਂ ਮਿਲਦੀ? ਕਿਉਂ? ਉਸ ਚੀਜ਼ ਨੂੰ ਕਹਿੰਦੇ ਸਕਿੱਲ ਗੈਪ। ਕੀ ਕਹਿੰਦੇ ਆ? ਸਕਿੱਲ ਗੈਪ। ਸਕਿੱਲ ਗੈਪ ਕੀ ਹੁੰਦਾ? ਮੰਨ ਲਓ ਤੁਸੀਂ ਪੜ੍ਹਿਆ ਕੁਛ ਹੈ, ਪਰ ਜੋ ਸੁਸਾਇਟੀ 'ਚ ਚਾਹੀਦਾ ਹੈ ਉਹਦੇ ਵਿੱਚ ਤੁਹਾਡੀ ਸਟੱਡੀ ਮੈਚ ਨਹੀਂ ਕਰਦੀ। ਜੋ ਸਕਿੱਲ ਤੁਹਾਨੂੰ ਉਹ ਇੰਪਲੋਇਰ ਮੰਗ ਰਿਹਾ ਅਤੇ ਜੋ ਸਕਿੱਲ ਤੁਹਾਡੇ ਜਗ੍ਹਾ ਉਹਨਾਂ ਵਿੱਚ ਜੋ ਡਿਫਰੈਂਸ ਹੋਏਗਾ ਉਹਨੂੰ ਕਹਿੰਦੇ ਸਕਿੱਲ ਗੈਪ। ਜਿਸ ਕਰਕੇ ਜ਼ਿਆਦਾਤਰ ਅਸੀਂ ਪੜ੍ਹ ਲੈਂਦੇ ਹਾਂ, ਬਟ ਦੇਖਦੇ ਨਹੀਂ ਕਿ ਅਸੀਂ ਜੋਬਸ ਲਈ ਅਪਲਾਈ ਕਰਦੇ ਜੇ ਸਾਡਾ ਸਕਿੱਲ ਮੈਚ ਨਹੀਂ ਕਰਦਾ, ਵੀ ਐਂਡ ਜੋਬਲੈਸ। ਠੀਕ ਹੈ ਨਾ। ਸੋ ਵਾਟ ਇਜ਼ ਸਕਿੱਲ ਗੈਪ? ਸਕਿੱਲ ਗੈਪ ਇਜ਼ ਡਿਫਰੈਂਸ ਬਿਟਵੀਨ ਸਕਿੱਲ ਪੋਜੈਸਡ ਬਾਈ, ਪੋਜੈਸ ਮਤਲਬ ਕਿ ਜਿਹੜਾ ਸਕਿੱਲ ਤੁਹਾਡੇ ਅੰਦਰ ਹੈਗਾ ਬਾਈ ਐਪਲੀਕੈਂਟ, ਐਂਡ ਸਕਿੱਲ ਨੀਡਿਡ ਔਨ ਦਾ ਜੋਬ। ਜੋਬ ਵਾਸਤੇ ਜਿਹੜਾ ਸਕਿੱਲ ਚਾਹੀਦਾ ਅਤੇ ਜਿਹੜਾ ਕਿਸੇ ਬੰਦੇ ਕੋਲ ਸਕਿੱਲ ਹੈਗਾ, ਉਹਨਾਂ ਵਿੱਚ ਜੋ ਗੈਪ ਡਿਫਰੈਂਸ ਹੁੰਦਾ ਉਹਨੂੰ ਕਹਿੰਦੇ ਸਕਿੱਲ ਗੈਪ। ਠੀਕ ਹੈ ਨਾ। ਅਤੇ ਇਹ ਜਿੰਨਾ ਵੱਡਾ ਹੋਏਗਾ ਓਨਾ ਹੀ ਜ਼ਿਆਦਾ ਚਿੰਤਾ ਕਰਨ ਵਾਲੀ ਗੱਲ ਹੈ। ਕਿਉਂਕਿ ਓਨਾ ਹੀ ਤੁਸੀਂ ਜੋਬਲੈਸ ਹੁੰਦੇ ਚਾਂਸਿਸ ਜ਼ਿਆਦਾ, ਉਨੀ ਅਨਇੰਪਲੋਇਮੈਂਟ ਵੱਧਦੀ ਹੈ। ਇਸ ਕਰਕੇ ਅੱਜ ਕੱਲ੍ਹ ਜਨਰਲ ਸਕਿੱਲ ਦੇ ਵਿੱਚ ਤੁਹਾਨੂੰ ਪੜ੍ਹਾਇਆ ਜਾਂਦਾ, ਖਾਲੀ ਇਹ ਨਹੀਂ ਪੜ੍ਹਾਇਆ ਜਾਂਦਾ ਕਿ ਤੁਹਾਡਾ ਸਬਜੈਕਟ ਪੜ੍ਹਾਇਆ ਜਾਂਦਾ ਤੁਹਾਨੂੰ। ਮਤਲਬ ਦੇਖੋ, ਅਗਰ ਬੰਦਾ ਕੋਈ ਇੰਪਲੋਈ ਅਗਰ ਬੰਦਾ ਕੋਈ ਜੋਬ ਦੇ ਰਿਹਾ ਕਿਸੇ ਨੂੰ, ਸਭ ਤੋਂ ਪਹਿਲਾਂ ਅਗਰ ਜਿਹੜੇ ਪਹਿਲੇ ਗੁਣ ਉਹ ਆਪਣੇ ਵਰਕਰ ਦੇ ਵਿੱਚ ਵੇਖਣਾ ਚਾਹੇਗਾ, ਉਸ ਬਾਰੇ ਉਹ ਹੁੰਦੇ ਜਨਰਲ ਸਕਿੱਲ, ਯਾਨੀ ਕਿ ਜਿਹੜੇ ਕਿਸੇ ਵੀ ਬਿਜ਼ਨਸ ਵਿੱਚ ਚੱਲਦੇ ਨੇ, ਕਿਸੇ ਵੀ ਵਰਕ ਏਰੀਆ ਵਿੱਚ ਚੱਲਦੇ ਨੇ। ਸਕਿੱਲ ਗੈਪ ਮੇਜਰ ਕੰਸਰਨ ਫॉर ਬਿਜ਼ਨਸ ਓਨਰਸ ਐਂਡ HR ਮੈਨੇਜਰ। ਸੋ ਸਕਿੱਲ ਗੈਪ ਬੜਾ ਵੱਡਾ ਹੁੰਦਾ, ਇਸ ਕਰਕੇ ਬਿਜ਼ਨਸ ਓਨਰ ਨੂੰ ਚੰਗੇ ਵਰਕਰ ਨਹੀਂ ਮਿਲਦੇ, ਜਾਂ HR ਹਿਊਮਨ ਰਿਸੋਰਸ ਮੈਨੇਜਮੈਂਟ ਨੂੰ ਚੰਗੇ ਵਰਕਰਸ ਨਹੀਂ ਮਿਲ ਪਾਉਂਦੇ, ਲੱਭ ਨਹੀਂ ਪਾਉਂਦੇ, ਅਤੇ ਇਸ ਕਰਕੇ ਉਹਨਾਂ ਨੂੰ ਇੰਪਲੋਈਜ਼ ਮਿਲਦੇ ਨਹੀਂ, ਕੰਮ ਉਹਨਾਂ ਦਾ ਪੈਂਡਿੰਗ ਪੈਂਦਾ ਜਾਂਦਾ। ਠੀਕ ਹੈ। ਜਿਹੜੇ ਟ੍ਰੇਨ ਵਰਕਰ ਹੋਣਗੇ, ਐਕਸਪੀਰੀਅੰਸ ਵਰਕਰ ਹੋਣਗੇ, ਜਿਹੜਾ ਕਿ ਜਿਨ੍ਹਾਂ ਨੂੰ ਕੰਮ 'ਚ ਸਿੱਧਾ ਹੀ ਭੇਜਿਆ ਜਾ ਸਕੇ, ਉਹਨਾਂ ਨੂੰ ਨੌਕਰੀ ਕੀ ਹੁੰਦੀ ਹੈ, ਈਜ਼ੀਲੀ ਮਿਲ ਜਾਂਦੀ ਹੈ। ਅਤੇ ਹੁਣ ਕੀ ਹੈਗਾ, ਇਸ ਕਰਕੇ ਮੇਜਰ ਜਿਹੜਾ ਹੁਣ ਬਿਕੋਜ਼ ਆਫ ਰਾਈਜ਼ਿੰਗ ਅਨਇੰਪਲੋਇਮੈਂਟ, ਅੱਜ ਕੱਲ੍ਹ ਜਿਹੜਾ ਧਿਆਨ ਹੈ ਜ਼ਿਆਦਾਤਰ ਕਿਹਦੇ ਵੱਲ ਗਿਆ ਕਿ ਜਨਰਲ ਸਕਿੱਲ ਬੱਚਿਆਂ ਨੂੰ ਦਿੱਤੀ ਜਾ ਸਕੇ ਤਾਂ ਕਿ ਉਹ ਜੋਬਲੈਸ ਨਾ ਰਹਿਣ। ਇੰਪਲੋਇਰ ਉਹਨਾਂ ਨੂੰ ਜਲਦੀ ਤੋਂ ਜਲਦੀ ਹਾਇਰ ਕਰਨ। ਜਨਰਲ ਸਕਿੱਲ ਆਪਾਂ ਕਿਹਨਾਂ ਨੂੰ ਕਹਿੰਦੇ ਹਾਂ? ਜਨਰਲ ਸਕਿੱਲ ਉਹ ਹੁੰਦੇ, ਉਹ ਕੁਆਲਿਟੀਜ਼ ਜਿਹੜੀਆਂ ਕਿ ਐਪਲੀਕੈਂਟ ਵਿੱਚ ਹੋਣੀਆਂ ਚਾਹੀਦੀਆਂ ਤਾਂ ਕਿ ਉਹਨੂੰ ਜੋਬ ਮਿਲ ਜਾਏ, ਹੋਰ ਇੰਪਲੋਇਮੈਂਟ ਦੇ ਚਾਂਸਿਸ ਉਹਦੇ ਵੱਧ ਜਾਣ। ਵੇਰੀਅਸ ਕੁਆਲਿਟੀਜ਼ ਐਂਡ ਕੈਪੈਸਿਟੀਜ਼ ਦੈਟ ਆਰ ਇੰਪੋਰਟੈਂਟ ਇਨ ਇੰਡਸਟਰੀਅਲ ਐਨਵਾਇਰਨਮੈਂਟ, ਜਿਹੜੀਆਂ ਕਿ ਇੰਡਸਟਰੀਅਲ ਐਨਵਾਇਰਨਮੈਂਟ ਜਾਂ ਕਿਤੇ ਵੀ ਕੰਮ ਕਰਨ ਵਾਸਤੇ, ਫੀਲਡ 'ਚ ਕੰਮ ਕਰਨ ਵਾਸਤੇ ਜਿਹੜੀਆਂ ਵੀ ਕੁਆਲਿਟੀਜ਼ ਚਾਹੀਦੀਆਂ ਹੋਣਗੀਆਂ, ਜਿਹੜੀਆਂ ਐਪਲੀਕੈਂਟ ਦੇ ਅੰਦਰ ਹੋਣ ਤਾਂ ਕਿ ਉਹ ਹਾਇਰ ਹੋ ਸਕੇ, ਈਜ਼ੀਲੀ ਉਹਨੂੰ ਜੋਬ ਮਿਲ ਸਕੇ, ਉਹ ਕੁਆਲਿਟੀਜ਼ ਨੂੰ ਆਪਾਂ ਕਹਿੰਦੇ ਹਾਂ ਜਨਰਲ ਸਕਿੱਲ। ਠੀਕ ਹੈ ਜੀ। ਕਿਹੜੀ ਕੁਆਲਿਟੀਜ਼ ਆ ਸਕਦੀਆਂ ਨੇ ਕਿ ਹਾਂ ਵੀ ਬੰਦਾ ਪਹਿਲੇ ਤਾਂ ਸਭ ਤੋਂ ਪਹਿਲਾਂ ਸੋਚ ਸਕਦਾ ਹੋਵੇ। ਠੀਕ ਹੈ ਜੀ। ਪ੍ਰੋਬਲਮ ਦੇ ਬਾਰੇ, ਕੋਈ ਵੀ ਪ੍ਰੋਬਲਮ ਆ ਰਹੀ ਹੈ ਤਾਂ ਉਹਨੂੰ ਸੋਲਵ ਕਰਨ ਦੀ ਟੈਂਡੈਂਸੀ ਰੱਖਦਾ ਹੋਵੇ, ਇਹ ਨਾ ਹੋਏ ਪ੍ਰੋਬਲਮ ਤੋਂ ਭੱਜਦਾ ਹੋਵੇ। ਠੀਕ ਹੈ। ਅਗਰ ਕੋਈ ਸੋਲਿਊਸ਼ਨ ਲੱਭਦਾ ਹੋਵੇ ਪ੍ਰੋਬਲਮ ਦਾ, ਉਹਦਾ ਲੌਜੀਕਲੀ ਰੀਜ਼ਨਿੰਗ ਨਾਲ, ਐਨਾਲੀਟੀਕਲ ਲੌਜੀਕਲ ਰੀਜ਼ਨ ਦੇਵੇ ਕਿ ਇਹ ਪ੍ਰੋਬਲਮ ਆਈ ਅਤੇ ਕਿਉਂ ਆਈ।
ਠੀਕ ਹੈ। ਫਿਰ ਉਹਨੂੰ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰੋ ਤੇ ਭੱਜਣ ਦੀ ਕੋਸ਼ਿਸ਼ ਨਾ ਕਰੇ। ਫਿਰ ਸਭ ਤੋਂ ਪਹਿਲਾਂ ਅਗਰ ਕਿਸੇ ਵੀ ਅਗਰ ਬੰਦਾ ਹਾਇਰ ਹੋਣਾ ਚਾਹੁੰਦਾ ਹੈ, ਤੁਸੀਂ ਕਿਤੇ ਵੀ ਮੰਨ ਲਓ 2 ਬੈਂਕ 'ਚ ਤੁਸੀਂ ਜਾਂਦੇ ਹੋ, ਕਿਤੇ ਵੀ ਕਸਟਮਰ ਕਿਸੇ ਵੀ ਦੁਕਾਨ 'ਤੇ ਬਣ ਕੇ ਜਾਂਦੇ ਹੋ, ਸਭ ਤੋਂ ਪਹਿਲਾਂ ਤੁਸੀਂ ਕਿਹੜੀ ਚੀਜ਼ ਤੁਹਾਨੂੰ ਅਟਰੈਕਟ ਕਰਦੀ ਹੈ? ਉਹਦੇ ਕਮਿਊਨੀਕੇਸ਼ਨ ਸਕਿੱਲਸ। ਜਿੰਨੇ ਵਧੀਆ ਤੁਹਾਡੇ ਕਮਿਊਨੀਕੇਸ਼ਨ ਸਕਿੱਲਸ ਹੋਣਗੇ, ਉਹਨਾਂ ਤੁਹਾਡੇ ਹਾਇਰ ਹੋਣ ਦੇ ਚਾਂਸਿਸ ਕੀ ਹੋਣਗੇ? ਜ਼ਿਆਦਾ ਹੋਣਗੇ। ਸਭ ਤੋਂ ਪਹਿਲਾਂ ਤਾਂ ਬੱਚਾ ਤੁਸੀਂ ਆਪਣੇ ਆਪ ਨੂੰ ਚੰਗੇ ਲਿਸਨਰ ਬਣਾਓ। ਅਗਰ ਤੁਸੀਂ ਯੂ ਵਾਂਟ ਟੂ ਬੀ ਅ ਵੈਲ ਗੁੱਡ ਕਮਿਊਨੀਕੇਟਰ, ਯੂ ਮਸਟ ਲਿਸਨ ਫਸਟ, ਕਿ ਕਿੱਦਾਂ ਲੋਕ ਕਮਿਊਨੀਕੇਟ ਕਰਦੇ ਆ, ਕਿੱਦਾਂ ਮਤਲਬ ਗਲਤ ਕੁਆਲਿਟੀਜ਼ ਨੂੰ ਆਪਾਂ ਅਕਵਾਇਰ ਨਹੀਂ ਕਰਨਾ, ਆਪਾਂ ਚੰਗੀ ਕੁਆਲਿਟੀਜ਼ ਕਿੱਦਾਂ, ਵੇ ਆਫ ਕਮਿਊਨੀਕੇਸ਼ਨ। ਇੱਕੋ ਗੱਲ ਨੂੰ ਕਹਿਣ ਦੇ 2 ਤਰੀਕੇ ਹੁੰਦੇ ਨੇ, ਠੀਕ ਹੈ ਨਾ। ਵਧੀਆ ਢੰਗ ਨਾਲ ਕਹਿਣਾ ਉਸ, ਤਾਂ ਕਿ ਤੁਹਾਨੂੰ ਕਸਟਮਰ ਜ਼ਿਆਦਾ ਬੇਸ ਮਿਲ ਸਕੇ। ਫਿਰ ਟੀਮ ਵਰਕ 'ਚ ਚੱਲਣਾ। ਇਹ ਨਹੀਂ ਕਿ ਲੀਡਰਸ਼ਿਪ ਕੁਆਲਿਟੀਜ਼ ਹੋਣ, ਬਟ ਇਹ ਨਹੀਂ ਕਿ ਬਸ ਸਿਰਫ ਆਪਣੀ ਮਰਜ਼ੀ ਵਾਲਾ ਲੀਡਰ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਚੱਲਦਾ, ਪੂਰੀ ਟੀਮ ਨੂੰ ਗਾਈਡ ਕਰਦਾ, ਟੀਮ ਦਾ ਸੁਝਾਅ ਲੈਂਦਾ। ਅਗਰ ਕਿਤੇ ਕਿਸੇ ਦਾ ਡਿਫਰੈਂਸ ਆਫ ਓਪੀਨੀਅਨ ਵੀ ਹੁੰਦਾ ਹੈ ਤਾਂ ਉਹਨੂੰ ਬੈਠ ਕੇ ਸੁਲਝਾਉਣ ਦੀ ਕੋਸ਼ਿਸ਼ ਕਰਦੇ, ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ, ਜਾਂ ਉਹਦੇ ਪੋਜ਼ੀਟਿਵ ਪੁਆਇੰਟ ਨੂੰ ਚੱਕ ਕੇ ਆਪਣੇ ਆਪ ਨੂੰ ਅਮੈਂਡ ਕਰਨ ਦੀ ਕੋਸ਼ਿਸ਼ ਕਰਦੇ, ਤਾਂ ਕਿ ਪਲਾਨ ਉਹਨਾਂ ਦੇ ਕਰਦਾ ਕਿ ਪੂਰਾ ਟੀਮ ਵਰਕ ਸਮੂਥਲੀ ਕੰਮ ਕਰ ਸਕੇ। ਲੀਡਰਸ਼ਿਪ ਕੁਆਲਿਟੀਜ਼ ਹੋਣ, ਠੀਕ ਹੈ। ਬੌਸੀ ਐਟੀਟਿਊਡ ਨਾ ਹੋਵੇ, ਠੀਕ ਹੈ। ਆਈਡੈਂਟੀਫਾਈ, ਅਸੈਸ ਐਂਡ ਮੈਨੇਜ। ਕਿਤੋਂ ਵੀ ਨੌਲੇਜ ਜੋ ਮਿਲਦੀ ਹੈ ਉਹਨੂੰ ਆਈਡੈਂਟੀਫਾਈ ਕਰ ਸਕਦਾ ਹੋਵੇ, ਮੈਨੇਜ ਕਰ ਸਕਦਾ, ਕਿ ਇੰਪਾਰਟ ਵੀ ਕਰ ਸਕੇ। ਨੌਲੇਜ ਗੇਨ ਤੇ ਕਰ ਲਈ, ਅੱਗੇ ਵੰਡ ਵੀ ਸਕੇ ਨੌਲੇਜ ਤੇ ਇਨਫੋਰਮੇਸ਼ਨ ਜਿਹੜੀ ਉਹ ਲੈ ਸਕਦਾ। ਇੱਕ ਤਾਂ ਬੰਦਾ ਕਿਊਰੀਓਸਿਟੀ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਇਮੈਜੀਨੇਸ਼ਨ, ਕ੍ਰੀਏਟੀਵਿਟੀ, ਇਹ ਬਹੁਤ ਡਿਮਾਂਡ ਰੱਖਦੇ ਅੱਜ ਕੱਲ੍ਹ ਦੇ ਗਰੋਇੰਗ, ਮਤਲਬ ਇੰਨੀ ਜਿਹੜੀ ਗਰੋਇੰਗ ਪੇਸ 'ਤੇ ਜਿਹੜੀ ਇਕੋਨਮੀ ਜਾਂ ਇੰਡਸਟਰੀਜ਼ ਗਰੋ ਕਰ ਰਹੀਆਂ, ਉਹਨਾਂ 'ਚ ਕ੍ਰੀਏਟੀਵਿਟੀ ਸਭ ਤੋਂ ਵੱਡੀ ਮੰਗ ਹੈਗੀ ਹੈ। ਬਸ ਕ੍ਰੀਏਟੀਵਿਟੀ ਕਰਨ ਦੇ ਨਾਲ ਨਾਲ ਇਹ ਨਹੀਂ ਕਿ ਬੰਦਾ ਆਪਣੀ ਮੂਲ ਵੈਲਿਊਜ਼ ਨੂੰ ਹੀ ਭੁੱਲ ਜੇ। ਐਥੀਕਲ ਹੋਵੇ ਬੰਦਾ, ਝੂਠ ਦਾ ਕੰਮ ਨਾ ਕਰਦਾ, ਝੂਠ ਹੀ ਬੋਲੀ ਜਾਵੇ, ਹਾਂਜੀ ਹਾਂਜੀ, ਠੀਕ ਹੈ ਜੀ। ਇੰਟੈਗ੍ਰਿਟੀ ਹੋਣੀ ਚਾਹੀਦੀ, ਆਪਣੀ ਸੈਲਫ ਰਿਸਪੈਕਟ ਵੀ ਧਿਆਨ ਦੇਵੇ। ਪਰਸਿਸਟੈਂਸ ਐਂਡ ਟੋਲਰੈਂਸ। ਕਦੀ ਕਦੀ ਸਾਡਾ ਕੰਮ ਅਕੋਰਡਿੰਗ ਰਿਜ਼ਲਟ ਨਾ ਆਵੇ ਅਤੇ ਉਹਨੂੰ ਲਗਾਤਾਰ ਕੰਮ ਕਰਨ ਦਾ ਐਟੀਟਿਊਡ, ਕਿੰਨੀ ਫੇਅਰ ਵਰਕ ਕਰੇ। ਫੇਲੀਅਰਸ ਅਲਟੀਮੇਟਲੀ ਸਕਸੈਸ 'ਚ ਤਬਦੀਲ ਕਰਨ ਦੀ ਉਹਨੂੰ ਆਦਤ ਹੋ ਜਾਏ। ਟੋਲਰੇਟ ਕਰੇਗਾ ਕਿਤੇ ਫੇਲੀਅਰ ਉਹਨੂੰ ਮਿਲ ਵੀ ਗਿਆ, ਜਾਂ ਇਨਸਲਟ ਵੀ ਕਿਤੇ ਥੋੜ੍ਹੀ ਬਹੁਤ ਹੋ ਗਈ, ਐਂਬੈਰਸਮੈਂਟ ਹੋ ਰਹੀ ਹੈ ਉਹਨੂੰ, ਤਾਂ ਉਹ ਹੀ ਔਰ ਸ਼ੀ ਸ਼ੁੱਡ ਬੀ ਹੈਂਡਲ ਟੂ ਏਬਲ ਟੂ ਹੈਂਡਲ ਦੋਸ ਫੇਲੀਅਰਸ, ਠੀਕ ਹੈ, ਵਿਦ ਪੇਸ਼ੈਂਸ ਐਂਡ ਟੋਲਰੇਬਲ ਐਟੀਟਿਊਡ ਹੋਣਾ ਚਾਹੀਦਾ ਉਹਦਾ, ਠੀਕ ਹੈ। ਇਹਦੇ ਨਾਲ ਕੀ ਹੁੰਦਾ, ਇਹ ਜਿਹੜਾ ਇਹ ਸਾਰੀ ਜਿਹੜੀ ਕੁਆਲਿਟੀ ਸਾਰੀਆਂ ਤੁਸੀਂ ਇੱਕ ਬੰਦੇ, ਜਿਹੜੇ ਬੰਦੇ 'ਚ ਇਹ ਸਾਰੀ ਕੁਆਲਿਟੀਜ਼ ਹੋਣਗੀਆਂ, ਉਹਨਾਂ ਦੇ ਜੋਬ ਮਿਲਣ ਦੇ ਚਾਂਸਿਸ ਕੀ ਹੋ ਜਾਂਦੇ ਵੱਧ। ਅਕੇਲਾ ਐਕੈਡੈਮਿਕਲੀ ਗੁੱਡ ਹੋਣਾ ਚੰਗੀ ਗੱਲ ਨਹੀਂ ਹੁੰਦੀ। ਕਦੀ ਕਦੀ ਤੁਸੀਂ ਦੇਖਿਆ ਨਾ, ਬੱਚੇ ਕਹਿੰਦੇ ਮੇਰੀ ਭੈਣ ਦੇ 90% ਨੰਬਰ ਹੈ, ਫਿਰ ਵੀ ਉਹਨੂੰ ਕਿਤੇ ਨੌਕਰੀ ਨਹੀਂ ਮਿਲ ਰਹੀ ਹੈ, ਕਿਤੇ ਬਹੁਤ ਜ਼ਿਆਦਾ ਨੰਬਰ ਹੈ ਫਿਰ ਵੀ ਜੋਬ ਨਹੀਂ ਮਿਲ ਰਹੀ। ਕਿਉਂ ਨਹੀਂ ਮਿਲ ਰਹੀ? ਕਿਉਂਕਿ ਬੰਦਾ ਜਦੋਂ ਉਹਨੂੰ ਹਾਇਰ ਕਰਨ ਆਉਂਦਾ, ਉਹਨੂੰ ਉਹ ਐਟੀਟਿਊਡ ਦੇਖਦਾ ਕਿ ਉਹ ਆਪਣੇ ਆਪ ਨੂੰ ਜੇ ਟੌਪਰ ਮਤਲਬ ਸੋਚਦਾ ਕਿ ਆਈ ਐਮ ਪਰਫੈਕਟ। ਉਹਨੂੰ ਲਰਨ, ਦੇਖੋ ਇੱਕ ਗੱਲ ਤਾਂ ਪੱਕੀ ਕੀ ਹੈ, ਬੰਦਾ ਸਾਰੀ ਜ਼ਿੰਦਗੀ ਸਿੱਖਦਾ ਰਹਿੰਦਾ ਹੈ, ਠੀਕ ਹੈ ਨਾ। ਸਭ ਤੋਂ ਪਹਿਲਾਂ ਲਰਨਿੰਗ ਜਿਹੜੀ ਸਟਾਰਟ ਹੁੰਦੀ ਹੈ ਤੁਹਾਡੇ ਘਰ 'ਚ ਸ਼ੁਰੂ ਹੁੰਦੀ ਹੈ, ਫਿਰ ਸੋਸਾਇਟੀ 'ਚ, ਫਿਰ ਤੁਸੀਂ ਆਪਣੇ ਵਰਕ ਪਲੇਸ 'ਤੇ ਬਹੁਤ ਕੁਝ ਸਿੱਖਦੇ ਹੋ, ਆਪਣੇ ਜੋ ਤੁਹਾਨੂੰ ਫੇਲੀਅਰਸ ਮਿਲਦੇ ਉਹਨਾਂ ਤੋਂ ਬਹੁਤ ਸਿੱਖਦੇ ਹੋ। ਬਟ ਕਦੀ ਕਦੀ ਕੀ ਹੁੰਦਾ ਕਿ ਅਸੀਂ ਐਕੈਡੈਮਿਕਲੀ ਬਹੁਤ ਜ਼ਿਆਦਾ ਗੁੱਡ ਹੁੰਦੇ ਹਾਂ, ਬਟ ਸਹੀ ਸੋਚਦੇ ਕਿ ਸਾਨੂੰ ਸਾਰਾ ਕੁਝ ਆਉਂਦਾ, ਵੀ ਬਿਕਮ ਲਿਟਲ ਐਡਾਮੈਂਟ ਕਿ ਨਹੀਂ ਜੀ ਮੈਂ ਨਹੀਂ ਗੱਲ ਸੁਣਨੀ। ਫਿਰ ਉਹ ਬੰਦੇ ਨੂੰ ਉਹ ਸਮਹਾਓ ਦੇ ਆਸਕ ਯੂ ਕੁਐਸਚਨਸ ਐਂਡ ਯੂ ਐਂਡ ਅਪ ਇਨਟੂ ਅ ਮੈਸੀ ਸਿਚੁਏਸ਼ਨ, ਹੈ ਨਾ। ਅਤੇ ਤੁਹਾਨੂੰ ਨੌਕਰੀ ਉਹ ਨਹੀਂ ਮਿਲ ਪਾਉਂਦੀ। ਜਿਹੜੇ ਚੰਗੇ ਵੀ ਕਦੀ ਕਦੀ ਬੱਚੇ ਰਹਿ ਜਾਂਦੇ ਨੇ, ਅਤੇ ਜਿਹੜੇ ਬੱਚੇ ਮਤਲਬ ਐਕੈਡੈਮਿਕਲੀ ਜਿਨ੍ਹਾਂ ਨੂੰ ਕੰਮ ਆਉਂਦਾ ਹੀ ਨਹੀਂ ਹੈ, ਮਤਲਬ ਪਤਾ ਹੀ ਨਹੀਂ ਹੈ ਕੁਛ, ਉਹਨਾਂ ਦਾ ਜੋਬ ਲੈਣਾ ਤਾਂ ਬੇਟਾ ਔਖਾ ਹੁੰਦਾ ਹੈ। ਤੁਸੀਂ ਆਪਣੀ ਅਗਰ ਐਕੈਡੈਮਿਕਲੀ ਤੁਸੀਂ ਐਵਰੇਜ ਵੀ ਹੋ ਗਏ ਹੋ, ਪਲੱਸ ਤੁਹਾਡੇ ਅੰਦਰ ਸਕਿੱਲਸ ਹੈਗੇ ਨੇ, ਆਪਣੀ ਗੱਲ ਰੱਖਣ ਦਾ ਤਰੀਕਾ ਹੈਗਾ ਹੈ, ਠੀਕ ਹੈ, ਪ੍ਰੋਬਲਮ ਸੋਲਵਿੰਗ ਐਟੀਟਿਊਡ, ਟੀਮ 'ਚ ਕੰਮ ਕਰਨ ਦਾ ਜਜ਼ਬਾ ਹੈਗਾ, ਠੀਕ ਹੈ, ਟੀਮ ਨੂੰ ਗਾਈਡ ਕਰਨ ਦਾ ਜਜ਼ਬਾ ਹੈਗਾ, ਅਤੇ ਲਰਨ ਕਰਨ ਦਾ ਆਪਣੀ ਮਿਸਟੇਕਸ ਤੋਂ ਜਾਂ ਸੁਧਾਰ ਕਰਨ ਦਾ ਆਪਣੇ ਆਪ 'ਚ ਕ੍ਰੀਏਟੀਵਿਟੀ ਹੋ ਗਈ ਤੁਹਾਡੇ 'ਚ, ਅਤੇ ਤੁਹਾਡੇ ਯੂ ਹੈਵ ਐਂਡਲੈਸ ਚਾਂਸਿਸ ਆਫ ਸਕਸੀਡਿੰਗ ਇਨ ਯੋਰ ਲਾਈਫ, ਠੀਕ ਹੈ, ਠੀਕ ਹੈ। ਦੇਖੋ ਐਮਪਲੋਇਰਸ ਨੂੰ ਜਨਰਲੀ ਵਰਕਰ ਕਿਹੜੇ ਹੁੰਦੇ ਪਸੰਦ ਹੁੰਦੇ? ਜਨਰਲ employees choose workers who are strong in areas important to their business। ਤੁਸੀਂ ਅਗਰ ਤੁਸੀਂ ਬਿਜ਼ਨਸ ਚਲਾ ਰਹੇ ਹੋ, ਤੁਸੀਂ ਅਗਰ ਕੋਈ ਬੰਦਾ ਰੱਖਣਾ ਚਾਹੋਗੇ, ਤੁਸੀਂ ਕਿਹੜਾ ਬੰਦਾ ਰੱਖਣਾ ਚਾਹੋਗੇ? ਜਿਹੜਾ ਤੁਹਾਨੂੰ ਫਾਇਦਾਮੰਦ ਦਿਖਦਾ ਹੈ ਕਿ ਲੇਜ਼ੀ ਜਿਹਾ ਬੰਦਾ ਰੱਖਣਾ ਚਾਹੋਗੇ ਜਿਹਦੀ ਕਮਿਊਨੀਕੇਸ਼ਨ ਸਕਿੱਲਸ ਵੈਰੀ ਪੂਰ ਹੋ? ਗਾਹਕ ਮੰਨ ਲਓ ਤੁਸੀਂ ਇੱਕ ਸ਼ਾਪ ਓਪਨ ਕਰ ਲਈਏ ਅਤੇ ਕਸਟਮਰ ਆਇਆ, ਕਸਟਮਰ ਨੂੰ ਖਾਣ ਨੂੰ ਪਵੇ, ਠੀਕ ਹੈ ਨਾ, ਤਾਂ ਉਹਨਾਂ ਦਾ ਬਿਜ਼ਨਸ ਡਾਊਨ ਜਾਏਗਾ, ਠੀਕ ਹੈ ਨਾ। ਇੱਕ ਹੈਂਡ ਤੁਹਾਨੂੰ ਇਹੋ ਜਿਹਾ ਵਰਕਰ ਮਿਲ ਰਿਹਾ ਕਿ ਜਿਹੜਾ ਕਿ ਬਹੁਤ ਸੋਹਣੀ ਕਮਿਊਨੀਕੇਸ਼ਨ ਕਰ ਰਿਹਾ, ਠੀਕ ਹੈ ਨਾ, ਉਹਦੇ ਕਮਿਊਨੀਕੇਸ਼ਨ ਸਕਿੱਲਸ ਬਹੁਤ ਵਧੀਆ ਨੇ, ਕ੍ਰੀਏਟਿਵ ਬੜਾ, ਦੁਕਾਨ ਬਹੁਤ ਪ੍ਰੋਪਰਲੀ ਲਗਾ ਲੈਂਦਾ, ਫੋਰ ਐਗਜ਼ਾਮਪਲ ਛੋਟੀ ਜਿਹੀ ਅਗਰ ਬਿਜ਼ਨਸ ਦੀ ਗੱਲ ਕਰੀਏ, ਸਮਾਲ ਬਿਜ਼ਨਸ ਦੀ, ਅਤੇ ਨੋ ਡਾਊਟ ਹੀ ਵਿਲ ਫੈਚ ਯੂ ਮੋਰ ਬਿਜ਼ਨਸ, ਹੈ ਨਾ। ਤਾਂ ਕੰਪਨੀਜ਼ ਦਾ ਵੀ ਇਹੀ ਐਟੀਟਿਊਡ ਹੁੰਦਾ, ਜਾਂ ਕਿਸੇ ਵੀ ਇੰਪਲੋਇਰ ਦਾ ਇਹੀ ਐਟੀਟਿਊਡ ਹੁੰਦਾ, ਇਹੀ ਪ੍ਰੈਫਰੈਂਸ ਹੁੰਦੀ ਹੈ ਕਿ ਉਹ ਐਸਾ ਵਰਕਰ ਚੂਜ਼ ਕਰਦੇ ਨੇ ਜਿਹੜਾ ਕਿ ਉਹਨਾਂ ਦੇ ਬਿਜ਼ਨਸ ਨੂੰ ਸਪੋਰਟ ਕਰ ਸਕੇ, ਕਿ ਵਧਾਉਣ 'ਚ ਹੈਲਪ ਕਰ ਸਕੇ। ਨੋਬਡੀ ਵਾਂਟਸ ਮਤਲਬ ਬੌਸ, ਦੇ ਆਰ ਲੁਕਿੰਗ ਫॉर ਐਨ ਇੰਪਲੋਈ, ਠੀਕ ਹੈ ਨਾ। ਜਨਰਲ ਸਕਿੱਲਸ ਦੇ ਵੱਖਰੇ ਨਾਮ ਵੀ ਕਹੇ ਜਾਂਦੇ, ਕਦੀ ਕਦੀ ਇਹਨਾਂ ਨੂੰ ਕੋਰ ਸਕਿੱਲ ਵੀ ਕਿਹਾ ਜਾਂਦੇ, ਕਦੀ ਕਦੀ ਕੀ ਸਕਿੱਲ ਕਿਹਾ, ਐਸੈਂਸ਼ੀਅਲ ਸਕਿੱਲਸ,
ਕੀ ਕੰਪੀਟੈਂਸੀਜ਼, ਨੈਸੈਸਰੀ ਸਕਿੱਲਸ, ਟਰਾਂਸਫਰੇਬਲ ਸਕਿੱਲਸ, ਕਿਉਂਕਿ ਟਰਾਂਸਫਰ ਹੋ ਜਾਂਦੇ ਨੇ। ਅਗਰ ਇੱਕ ਬੰਦੇ ਦੇ ਅੰਦਰ ਦੇਖੇ ਤੁਸੀਂ ਉਹਨੂੰ ਕਾਪੀ ਉਹਨੂੰ ਉਹ ਤੋਂ ਲੈ ਸਕਦੇ ਹੋ, ਸਿੱਖ ਸਕਦੇ ਹੋ। ਦੇ ਆਰ ਟਰਾਂਸਫਰੇਬਲ ਸਕਿੱਲਸ। ਇਹ ਤੁਹਾਡੇ ਇਨਬੋਰਨ, somebody is very gifted child who has got very good communication skills, ਉਹ communication skills are developed, they are not by birth। ਹੁਣ ਵੇਖੋ ਇੱਕ ਬੱਚਾ ਪੈਦਾ ਹੋਇਆ ਮੰਨ ਲਓ ਫੋਰਨ ਕੰਟਰੀ 'ਚ, ਜਾਂ ਇੱਕ ਬੱਚਾ ਸਾਡੇ ਇੱਥੇ ਪੰਜਾਬ 'ਚ ਪੈਦਾ ਹੋਇਆ, ਮਦਰ ਟੰਗ ਸਾਡੀ ਇੱਥੇ ਪੰਜਾਬੀ ਆ, ਉਹਨੂੰ ਰੋਜ਼ ਪੰਜਾਬੀ ਸੁਣਨ ਨੂੰ ਮਿਲਦੀ ਹੈ, ਇਸ ਕਰਕੇ ਹੀ ਲਰਨਸ ਪੰਜਾਬੀ ਵੈਰੀ ਕੁਇਕਲੀ, ਹੈ ਨਾ। ਅਤੇ ਉੱਦਾਂ ਹੀ ਅੰਗਰੇਜ਼ਾਂ ਦਾ ਬੱਚਾ ਅੰਗਰੇਜ਼ੀ ਬਹੁਤ ਵਧੀਆ ਬੋਲ ਲੈਂਦਾ, ਹੈ ਨਾ, ਅਤੇ ਉਹਨੂੰ ਪੰਜਾਬੀ ਬੋਲਣ ਨੂੰ ਤਕਲੀਫ ਹੁੰਦੀ। ਕਿਉਂ? ਕਿਉਂਕਿ ਉਹਨੇ ਆਲੇ ਦੁਆਲੇ ਉਹਦੀ ਐਟਮੋਸਫੇਅਰ ਇਸ ਤਰ੍ਹਾਂ ਦਾ ਵਾ, ਇਨਵਾਇਰਮੈਂਟ ਇਸ ਤਰ੍ਹਾਂ। ਇਟ ਇਜ਼ ਨੋਟ ਬੈਡ ਟੂ ਸਪੀਕ ਪੰਜਾਬੀ, ਪੰਜਾਬੀ ਇਜ਼ ਵੈਰੀ ਗੁੱਡ ਲੈਂਗੁਏਜ, ਬਟ ਇਟ ਸ਼ੁੱਡ ਬੀ ਸਪੋਕਨ ਇਨ ਅ ਵੈਰੀ ਮਤਲਬ ਫਰੈਂਡਲੀ ਮੈਨਰ, ਠੀਕ ਹੈ, ਹਾਰਸ਼ ਵੇ 'ਚ ਨਹੀਂ ਬੋਲਣੀ, ਠੀਕ ਹੈ। ਕਮਿਊਨੀਕੇਸ਼ਨ ਸਕਿੱਲ ਤੁਹਾਨੂੰ ਜਨਰਲ ਸਕਿੱਲ ਵਿੱਚ ਇਹੀ ਸਿਖਾਇਆ ਜਾਏਗਾ ਕਿ ਹਾਂ ਤੁਸੀਂ ਆਪਣੇ ਆਪ ਨੂੰ ਮੈਨੇਜ ਕਿਸ ਤਰ੍ਹਾਂ ਕਰਨਾ, ਟੀਮ ਨੂੰ ਮੈਨੇਜ ਕਿਸ ਤਰ੍ਹਾਂ ਕਰਨਾ, ਇਹ ਸਭ ਤੁਸੀਂ ਇਸ ਪੂਰੇ ਇੱਕ ਸਬਜੈਕਟ 'ਚ ਪੜ੍ਹੋਗੇ। ਅਤੇ ਇਹ ਸਬਜੈਕਟ ਬੇਸਿਕਲੀ ਬਣਿਆ ਐਸੇ ਹੈ ਟੂ ਰਿਡਿਊਸ ਦੀ ਅਨਇੰਪਲੋਇਮੈਂਟ ਰੇਟ। ਇੰਡਸਟਰੀਜ਼ ਪ੍ਰੈਫਰੇਬਲੀ ਰੈਫਰ ਜਨਰਲ ਸਕਿੱਲ ਐਜ਼ ਇੰਪਲੋਏਬਿਲਿਟੀ ਸਕਿੱਲਸ। ਇੰਡਸਟਰੀ ਨੂੰ ਕਿਹੜੇ ਨਾਮ ਨਾਲ ਜਾਣਦੀ ਜਨਰਲ ਸਕਿੱਲ ਦਾ, ਜਨਰਲੀ ਉਹ ਕਿਹੜੇ ਟਰਮ ਨਾਲ ਇਹਨੂੰ ਰੈਫਰ ਕਰਦੀ ਹੈ, ਇੰਪਲੋਏਬਿਲਿਟੀ ਸਕਿੱਲਸ ਦੇ ਤੌਰ 'ਤੇ ਇਹਨੂੰ ਕਹਿਣਾ ਪਸੰਦ ਕਰਦੀ ਹੈ, ਕਿਉਂਕਿ ਇਹ ਸਕਿੱਲਸ ਤੁਹਾਨੂੰ ਇੰਪਲੋਇਮੈਂਟ ਲੈਣ ਦੇ ਚਾਂਸ ਵਧਾ ਦਿੰਦੇ ਹੈ, ਠੀਕ ਹੈ ਜੀ। ਜਨਰਲ ਸਕਿੱਲਸ ਆਰ ਟਰਾਂਸਫਰੇਬਲ ਸਕਿੱਲਸ ਇੰਡੀਪੈਂਡੈਂਟ ਆਫ ਪਰਟੀਕੂਲਰ ਆਕੂਪੇਸ਼ਨ ਸੈਕਟਰ। ਇਹਨੂੰ ਇਹ ਨਹੀਂ ਕਿ ਇੱਕੋ ਮਤਲਬ ਜਿਹੜੇ ਸਕਿੱਲਸ ਜਾਂ ਕੋਈ ਸਕਿੱਲ ਸੈੱਟ ਹੈਗਾ ਜਿਹੜਾ ਕਿ ਸਿਰਫ IT ਇੰਡਸਟਰੀ 'ਚ ਕੰਮ ਕਰੇਗਾ, ਅਤੇ ਇਹ ਉਹ ਸਕਿੱਲ ਸੈੱਟ ਹੈਗਾ ਜਿਹਦੇ ਕਿਤੇ ਵੀ ਕੰਪਨੀ 'ਚ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੰਪਨੀ 'ਚ ਤੁਹਾਨੂੰ ਸਕਸੀਡ ਕਰਨ 'ਚ, ਉੱਥੇ ਨੌਕਰੀ ਲੈਣ 'ਚ ਅਤੇ ਗਾਂ ਪ੍ਰਮੋਸ਼ਨ ਲੈਣ 'ਚ ਬਹੁਤ ਹੈਲਪਫੁਲ ਹੋਏਗਾ। ਨੋ ਡਾਊਟ ਜਿਹੜਾ ਕਿ ਬੰਦੇ ਬੌਸ ਦੇ ਜਾਂ ਆਪਣੇ ਇੰਡਸਟਰੀ 'ਚ ਬਹੁਤ ਆਊਟਸਟੈਂਡਿੰਗ ਹੁੰਦੇ ਨੇ, ਉਹਨਾਂ ਨੂੰ ਨੋ ਡਾਊਟ ਪ੍ਰਮੋਸ਼ਨ ਵੀ ਜਲਦੀ ਮਿਲਦਾ ਹੈਗਾ। which contributes to individual overall employability by enhancing their capacity to adapt, learn and work independently। ਇਹ ਉਹ ਕੁਆਲਿਟੀਜ਼ ਹੈਗੀਆਂ ਜਿਹੜਾ ਕਿ ਬੰਦੇ ਦੀ ਕੈਪੇਬਿਲਿਟੀ ਨੂੰ ਐਨਹਾਂਸ ਕਰਦੀਆਂ ਨੇ। ਉਹਨੂੰ ਉਹ ਬੰਦਾ ਜਿੰਨੇ 'ਚ ਜਨਰਲ ਸਕਿੱਲਸ ਹੁੰਦੇ ਆਪਣੇ ਆਪ ਨੂੰ ਕਿਸੇ ਵੀ ਐਨਵਾਇਰਨਮੈਂਟ ਦੇ ਅਕੋਰਡਿੰਗ ਢਾਲ ਲੈਂਦਾ, ਅਡੈਪਟ ਕਰ ਲੈਂਦਾ, ਅਤੇ ਉਹਦੇ ਲਰਨਿੰਗ ਐਟੀਟਿਊਡ ਹੁੰਦਾ। ਅਤੇ ਇਸ ਤਰ੍ਹਾਂ ਕੀ ਹੁੰਦਾ, ਵਰਕ ਆਪਣਾ ਕੋਈ ਵੀ ਲਰਨ ਕਰਕੇ ਵਰਕ ਇੰਡੀਪੈਂਡੈਂਟਲੀ ਕਰਨ ਦੀ ਉਹ 'ਚ ਸ਼ਮਤਾ ਹੁੰਦੀ ਹੈ। ਦੇਖੋ ਇਹ ਸਕਿੱਲ ਨਾ ਕੇਵਲ ਤੁਹਾਨੂੰ ਇੰਪਲੋਇਮੈਂਟ ਦਿਵਾਉਣ 'ਚ ਹੈਲਪਫੁਲ ਨਹੀਂ ਹੁੰਦੇ, ਬਲਕਿ ਤੁਹਾਨੂੰ ਫਰਦਰ ਪ੍ਰੋਗਰੈਸ ਲੈਣੀ ਹੋਵੇ ਕਿਸੇ ਵੀ ਕੰਪਨੀ 'ਚ, ਔਰਗਨਾਈਜੇਸ਼ਨ 'ਚ ਜਾਂ ਕਿਸੇ ਵਰਕ ਪਲੇਸ 'ਤੇ, ਇਹ ਸਕਿੱਲ ਸੈੱਟ ਨਾ ਕੇਵਲ ਤੁਹਾਨੂੰ ਜੋਬਸ ਲੈਣ 'ਚ ਹੈਲਪਫੁਲ ਹੁੰਦਾ, ਬਲਕਿ ਤੁਹਾਨੂੰ ਕਿਆ ਕਹਿੰਦੇ ਆ ਅੱਗੇ ਪ੍ਰਮੋਸ਼ਨਾਂ ਦਿਵਾਉਣ ਵਿੱਚ ਵੀ ਹੈਲਪਫੁਲ ਹੁੰਦਾ ਹੈ। ਸਕਿੱਲ ਕੀ ਹੁੰਦਾ ਹੈ? ਸਕਿੱਲ ਇੱਕ ਤੁਹਾਡੇ ਅੰਦਰ ਗੁਣ ਹੁੰਦਾ ਹੈ ਜਿਹੜਾ ਕਿ ਤੁਸੀਂ ਸਿੱਖਦੇ ਹੋ, ਅਤੇ ਫਿਰ ਬਾਅਦ 'ਚ ਉਹਦੇ ਨਾਲ ਅਗਰ ਉਹ ਸਕਿੱਲ ਨੂੰ ਲਾ ਕੇ, ਉਸ ਗੁਣ ਨੂੰ ਲਾ ਕੇ ਕੋਈ ਕੰਮ ਕਰਨ ਦੀ ਕੋਸ਼ਿਸ਼ ਕਰਦੇ ਹੋ, ਤੁਸੀਂ ਅਜ਼ਿਊਮ ਕਰਕੇ ਚੱਲਦੇ ਹੋ, ਪਹਿਲਾਂ ਹੀ ਦੱਸ ਸਕਦੇ ਹੋ ਕਿ ਇਹਦਾ ਰਿਜ਼ਲਟ ਕੀ ਆਏਗਾ, ਅਤੇ ਜੇ ਉਹ ਰਿਜ਼ਲਟ ਤੁਹਾਡੇ ਅਕੋਰਡਿੰਗ ਆ ਜਾਂਦਾ, ਇਹਨੂੰ ਕਹਿੰਦੇ ਆ ਗੁਣ, ਸਕਿੱਲ। ਅਗਰ ਉਹ ਤੁਹਾਡੇ ਅਕੋਰਡਿੰਗ ਰਿਜ਼ਲਟ ਨਹੀਂ ਆ ਰਿਹਾ, ਇਹਦਾ ਮਤਲਬ ਕਿ ਤੁਹਾਨੂੰ ਉਹ ਗੁਣ, ਤੁਹਾਨੂੰ ਉਹ 'ਚ ਹਾਲੇ ਮਹਾਰਤ ਨਹੀਂ ਹੋਈ। ਸਕਿੱਲ ਕਿਸੇ ਵੀ ਚੀਜ਼, ਸਕਿੱਲ ਆਪਾਂ ਉਸ ਚੀਜ਼ ਨੂੰ ਕਹਿੰਦੇ ਹਾਂ ਕਿ ਤੁਸੀਂ ਕਿਸੇ ਕੰਮ ਨੂੰ ਕਰਦੇ ਹੋ, ਅਤੇ ਤੁਸੀਂ ਅਸ਼ੋਰੈਂਸ ਦਿੰਦੇ ਹੋ ਪਹਿਲਾਂ ਹੀ ਕਿ ਮੈਂ ਇਹ ਕੰਮ ਨੂੰ ਇਸ ਤਰ੍ਹਾਂ ਕਰਾਂਗਾ ਅਤੇ ਇਹ ਰਿਜ਼ਲਟ ਆਉਣਗੇ, ਅਤੇ ਤੁਹਾਡੇ ਕਲੇਮ ਕੀਤੇ ਰਿਜ਼ਲਟ ਬਾਅਦ 'ਚੋਂ ਪ੍ਰੋਡਿਊਸ ਵੀ ਹੋਣ। ਦੈਟ ਇਜ਼ ਵੈਨ ਯੂ ਆਰ ਕਾਲਡ ਸਕਿਲਡ ਵਰਕਰ, ਠੀਕ ਹੈ ਜੀ। ਔਰ ਤੁਹਾਡੇ ਅੰਦਰ ਉਹ ਸਕਿੱਲ ਹੈਗਾ। ਰੈਫਰ ਟੂ ਅ ਲਰਨਡ ਐਬਿਲਿਟੀ, ਮਤਲਬ ਤੁਸੀਂ ਸਿੱਖੀ ਹੈ, ਟੂ ਬ੍ਰਿੰਗ ਅਬਾਊਟ ਅ ਪ੍ਰੀ ਡਿਟਰਮਿਨਡ ਰਿਜ਼ਲਟ, ਜਿਹੜਾ ਕਿ ਰਿਜ਼ਲਟ ਤੁਸੀਂ ਪਹਿਲਾਂ ਹੀ ਕਹਿੰਦੇ ਹੋ ਕਿ ਇਹ ਰਿਜ਼ਲਟ ਆਏਗਾ ਵਿਦ ਅ ਮੈਕਸੀਮਮ ਸਰਟਨਟੀ, ਬੜੀ ਅਸ਼ੋਰੈਂਸ ਦੇ ਨਾਲ, ਵਿਦ ਮਿਨੀਮਮ ਆਊਟਲੇ ਆਫ ਟਾਈਮ, ਬਹੁਤ ਘੱਟ ਟਾਈਮ 'ਚ, ਔਰ ਐਨਰਜੀ, ਔਰ ਬਹੁਤ ਘੱਟ ਟਾਈਮ 'ਚ ਘੱਟ ਐਨਰਜੀ ਵੇਸਟ ਯੂਜ਼ ਕਰਕੇ, ਯੂਟੀਲਾਈਜ਼ ਕਰਕੇ, ਅਤੇ ਤੁਸੀਂ ਰਿਜ਼ਲਟ ਪ੍ਰੋਡਿਊਸ ਕਰਦੇ ਹੋ ਜਿਹੜਾ ਕਿ ਤੁਸੀਂ ਕਲੇਮ ਕੀਤਾ ਨਾ ਆਪਣਾ ਉਹ ਕੰਮ ਕਰਨ ਤੋਂ ਪਹਿਲਾਂ ਹੀ, ਅਤੇ ਤੁਹਾਨੂੰ ਫਿਰ ਕਿਹਾ ਜਾਂਦਾ ਕਿ ਤੁਸੀਂ ਉਹ ਸਕਿੱਲ ਤੁਹਾਡੇ ਅੰਦਰ ਹੈਗਾ ਹੈ, ਠੀਕ ਹੈ ਜੀ। ਜਨਰਲ ਸਕਿੱਲ ਵਿੱਚ ਸਭ ਤੋਂ ਪਹਿਲਾਂ ਕੀ ਆਏਗਾ? ਅਗਰ ਮੰਨ ਲਓ ਕੀ ਹੋਏਗਾ, ਸਭ ਤੋਂ ਪਹਿਲਾਂ ਅਗਰ ਤੁਸੀਂ ਅੰਦਰ ਕਿਸੇ ਬੰਦੇ ਅੰਦਰ ਅਟਰੈਕਟ ਹੁੰਦੇ ਹੋ ਤਾਂ ਉਹਦੀ ਕਮਿਊਨੀਕੇਸ਼ਨ ਸਕਿੱਲਸ ਦੇ ਨਾਲ, ਫਿਰ ਉਹਦੇ ਟੀਮ ਵਰਕ ਦੇ ਨਾਲ, ਫਿਰ ਬਾਅਦ 'ਚ ਪ੍ਰੋਬਲਮ ਸੋਲਵਿੰਗ, ਉਹ ਪ੍ਰੋਬਲਮ ਸੋਲਵ ਕਰ ਪਾਏਬਿਲਿਟੀ ਕਿੰਨੀ ਕੀ ਹੈ, ਫਿਰ ਅਡੈਪਟੇਬਿਲਿਟੀ, ਕਿਸੇ ਵੀ ਸਿਚੁਏਸ਼ਨ 'ਚ ਆਪਣੇ ਆਪ ਨੂੰ ਕਿਸ ਤਰ੍ਹਾਂ ਢਾਲਦਾ ਹੈ, ਲਰਨਿੰਗ, ਲਾਈਫ ਲੌਂਗ ਲਰਨਿੰਗ, ਉਹਦੇ ਵਿੱਚ ਐਟੀਟਿਊਡ ਹੋ ਗਿਆ ਹਮੇਸ਼ਾ ਆਪਾਂ ਨਵਾਂ ਸਿੱਖਦੇ ਰਹਿਣਾ, ਸੈਲਫ ਅਸਟੀਮ, ਆਪਣੀ ਇੰਟੈਗਰਿਟੀ ਬਣਾਈ ਰੱਖਣਾ, ਐਥੀਕਲ ਵੈਲਿਊਜ਼ ਬਣਾਈ ਰੱਖਣਾ, ਠੀਕ ਹੈ ਜੀ। these are all qualities which are part of general skills। बड़े सारे अप्रोचेस अपनाए गए हैं कि टू डेवलप जनरल स्किल्स। नंबर ऑफ अप्रोचेस फॉर्म्ड एंड फाउंड टू बी इफेक्टिव इन साइंस इंजीनियरिंग इंक्लूडिंग गाइडिड डिज़ाइन। ਇਹ 'ਚ ਕੀ ਹੁੰਦਾ ਕਿ ਤੁਹਾਨੂੰ ਜਨਰਲ ਸਕਿੱਲ ਦੇ ਦੌਰਾਨ ਤਾਂ ਗਾਈਡਿਡ, ਅਗਰ ਤੁਸੀਂ ਤੁਹਾਨੂੰ ਕੋਈ ਮਤਲਬ ਰੋਡ ਮੈਪ ਪਹਿਲਾਂ ਦੇ ਦਿੱਤਾ ਕਿ ਇਸ ਤਰ੍ਹਾਂ ਬਣਾਉਣਾ ਹੈ, ਤਾਂ ਉਹ ਵੀ ਇੱਕ ਜਨਰਲ ਸਕਿੱਲ ਹੀ ਹੈ, ਕੈਟੇਗਰੀ ਦੇ ਫੋਲ ਕਰਦਾ ਹੈ।
ਕੋਆਪਰੇਟਿਵ ਲਰਨਿੰਗ ਉਹ ਵੀ ਕਿਹਦਾ ਪਾਰਟ ਹੈ, ਜਨਰਲ ਸਕਿੱਲ ਦਾ ਪਾਰਟ ਹੈ। ਟੀਮ ਵਰਕ, ਇਹਦੇ ਨਾਲ ਕੀ ਹੋਏਗਾ, ਟੀਮ ਵਰਕ ਡਿਵੈਲਪ ਹੋਏਗਾ। ਥਿੰਕਿੰਗ ਅਲਾਊਡ, ਪੀਅਰਸ, ਪ੍ਰੋਬਲਮ ਸੋਲਵਿੰਗ, ਠੀਕ ਹੈ ਜੀ, ਇਕੱਠੇ ਬਹਿ ਕੇ ਸੋਚਣਾ ਤੇ ਫਿਰ ਬਾਅਦ ਚੋਂ ਪ੍ਰੋਬਲਮ ਸੋਲਵ ਕਰਨਾ। ਮੈਕ ਮਾਸਟਰ ਪ੍ਰੋਬਲਮ ਸੋਲਵਿੰਗ ਪ੍ਰੋਗਰਾਮ, ਇਹ ਕੁਛ ਇਹੋ ਜਿਹੇ ਪ੍ਰੋਗਰਾਮ ਦੇ ਨਾਮ ਹੈਗੇ ਨੇ ਜਿਹੜੇ ਤੁਹਾਨੂੰ ਕੁਐਸਚਨ ਵਿੱਚ ਪੁੱਛੇ ਜਾ ਸਕਦੇ ਨੇ। ਅਤੇ ਕੀ ਹੈ, ਜਨਰਲ ਸਕਿੱਲ ਨੂੰ ਡਿਵੈਲਪ ਕਰਨ ਵਾਸਤੇ ਕਿਹੜੀ ਅਪਰੋਚਿਸ ਜਾਂ ਕਿਹੜੇ ਪਲਾਨ ਅੱਗੇ ਵਰਤੇ ਗਏ ਨੇ, ਉਹਨਾਂ ਦੇ ਨਾਮ ਦੱਸੋ, ਕੁਛ ਐਗਜ਼ਾਮਪਲ ਦੱਸੋ। ਇਹ ਉਹਨਾਂ ਦੀਆਂ ਐਗਜ਼ਾਮਪਲਸ ਨੇ। ਕੀ ਹੈਗਾ ਇੰਪੋਰਟੈਂਸ ਆਫ ਜਨਰਲ ਸਕਿੱਲ, ਕਿਉਂ ਲੋੜ ਪਈ ਹੈ ਜਨਰਲ ਸਕਿੱਲ ਨੂੰ ਪੜ੍ਹਨ ਦੀ? ਕਿਉਂਕਿ ਇੰਡਸਟਰੀਜ਼ ਨੇ ਵੇਖਿਆ ਕਿ ਅਸੀਂ ਵਰਕਰ ਨੂੰ ਹਾਇਰ ਕਰਨ ਜਾ ਰਹੇ ਹਾਂ, ਬਟ ਵਰਕਰ ਜਿਹੜਾ ਹੁੰਦਾ ਹੈ ਉਹਨਾਂ ਦੇ ਅਕੋਰਡਿੰਗ ਤਿਆਰ ਨਹੀਂ ਹੁੰਦਾ। ਉਹ ਆਪਣੇ ਆਪ ਨੂੰ ਅਕੋਰਡਿੰਗ ਟੂ ਮਤਲਬ ਢਾਲ ਨਹੀਂ ਪਾਉਂਦਾ। ਕਹਿੰਦਾ ਇੰਪਲੋਇਰਸ ਫੋਕਸ ਔਨ ਅਡੈਪਟੇਸ਼ਨ, ਉਹਨਾਂ ਦਾ ਇੰਪਲੋਇਰ ਕੋਈ ਵੀ ਹੋਏਗਾ ਉਹ ਢਾਲੇਗਾ ਉਹ ਇਹੋ ਜਿਹੇ ਬੰਦੇ ਦੀ ਤਲਾਸ਼ 'ਚ ਜਿਹੜਾ ਆਪਣੇ ਨੂੰ ਅਡੈਪਟ ਕਰ ਪਾਏ। ਕੋਸਟ ਰਿਡਕਸ਼ਨ, ਆਪਣੀ ਕੋਸਟ ਕੱਟ ਕਰਨ ਦੀ ਕੋਸ਼ਿਸ਼ ਕਰੇਗਾ। ਇੰਕਰੀਜ਼ ਪ੍ਰੋਡਕਟਿਵਿਟੀ ਨੂੰ ਐਨਹਾਂਸ ਕਰਨ ਦੇ ਗੋਲ ਹੋਣਗੇ ਉਹਦੇ। ਅਤੇ ਨਿਊ ਮਾਰਕੀਟ ਪ੍ਰੋਡਕਟਸ ਐਂਡ ਸਰਵਿਸਿਜ਼, ਉਹਦੇ ਵੱਲੋਂ ਤਾਂ ਜਿਹੜਾ ਇੰਪਲੋਇਰ ਹੁੰਦਾ ਉਹਦੀ ਜਨਰਲ ਟੈਂਡੈਂਸੀਜ਼ ਇਹੀ ਹੁੰਦੀਆਂ ਕਿ ਉਹ ਜਦੋਂ ਜਾ ਰਿਹਾ ਹੈ ਹਾਇਰ ਕਰਨ ਵਾਸਤੇ ਤਾਂ ਇਹੋ ਜਿਹਾ ਵਰਕਰ ਲੈ ਕੇ ਆਏਗਾ ਜਿਹੜਾ ਅਡੈਪਟ ਕਰ ਸਕੇ, ਜੇ ਜਾਂ ਉਹਨੂੰ ਸਸਤਾ ਪੈਂਦਾ ਹੋਵੇ, ਨਾਲ ਅੰਦਰ ਪ੍ਰੋਡਕਟਿਵਿਟੀ ਨੂੰ ਵੀ ਇੰਕਰੀਜ਼ ਕਰ ਸਕਦਾ ਹੋਵੇ, ਜਿੱਥੇ ਸਾਰੀ ਕੁਆਲਿਟੀਜ਼ ਹੋਣ ਅਤੇ ਪਲੱਸ ਉਹਦੇ ਅਕੋਰਡਿੰਗ ਸਭ ਕੁਝ ਫਿਟ ਗਿਆ। ਇਹ ਕੁਛ ਮਈਅਰਸ ਨੇ ਜਦੋਂ ਕੋਈ ਇੰਪਲੋਇਰ ਤੁਹਾਨੂੰ ਜਦੋਂ ਸਿਲੈਕਟ ਕਰਨ ਆਉਂਦਾ ਉਹ ਤੁਹਾਡੇ ਅੰਦਰ ਵੇਖਦਾ ਹੈ। ਕਹਿੰਦਾ ਜੇ ਕੋਈ ਇੰਪਲੋਇਰ ਤੁਹਾਨੂੰ ਛੱਡ ਦਿੰਦਾ ਹੈ, ਕਿਉਂ ਯੰਗ ਪੀਪਲ ਨੂੰ ਜਲਦੀ ਜੋਬ ਨਹੀਂ ਮਿਲਦੀ, ਉਹਦੇ ਕੁਝ ਕਾਰਨ ਨੇ। ਰੀਜ਼ਨ ਗਿਵਨ ਬਾਈ ਇੰਪਲੋਇਰਸ ਫॉर ਨਾਟ ਹਾਇਰਿੰਗ ਯੰਗ ਪੀਪਲ ਐਟ ਐਂਟਰੀ ਲੈਵਲ ਜੋਬਸ। ਕਿਉਂ ਕਹਿੰਦੇ ਕਦੀ ਬਹਾਨਾ, ਉਹ ਕਾਮਨ ਐਗਜ਼ਾਮਪਲ ਜਿਹੜੇ ਹੋ ਗਿਆ ਕਿ ਹਾਂਜੀ ਜੀ ਚਲੋ ਜੀ ਕੁਆਲੀਫਿਕੇਸ਼ਨ ਹੀ ਪੂਰੀ ਨਹੀਂ ਕੀ, ਮਤਲਬ ਐਕੈਡੈਮਿਕਸ ਪੂਰੇ ਨਹੀਂ ਗਏ, ਠੀਕ ਹੈ, ਲੋਅਰ ਗ੍ਰੇਡਸ ਜਾਂ ਰਿਜ਼ਲਟਸ ਬਹੁਤ ਪਰਸੈਂਟੇਜ ਬਹੁਤ ਘੱਟ ਹੈ। ਪੂਅਰ ਐਟੀਟਿਊਡ, ਲੈਕ ਆਫ ਸੈਲਫ, ਕਦੀ ਤੁਸੀਂ ਇੰਟਰਵਿਊ ਦੇ ਅੰਦਰ ਪੇਸ਼ ਹੁੰਦੇ। ਡਰੈਸਿੰਗ ਤਾਂ ਚਲੋ ਤੁਹਾਡੀ ਠੀਕ ਹੋਏਗੀ, ਬਟ ਡਰੈਸਿੰਗ ਨਾਟ ਓਨਲੀ ਮੈਟਰਸ। ਇਹ ਨਹੀਂ ਕਿ ਤੁਸੀਂ ਇੰਟਰਵਿਊ ਲਈ ਗਏ ਹੋ ਤਾਂ ਬਿਲਕੁਲ ਹੀ ਇੱਕ ਮਤਲਬ ਹੈਪਾਜ਼ਰਲੀ ਕੁਛ ਵੀ ਪਾ ਕੇ ਚਲੇ ਜਾਓ। ਯੂ ਸ਼ੁੱਡ ਬੀ ਡਰੈਸਡ ਅਕੋਰਡਿੰਗ ਟੂ ਦ ਸਿਚੁਏਸ਼ਨ। ਪਲੱਸ ਉਹਦੇ ਨਾਲ ਤੁਸੀਂ ਬੋਲਦੇ ਕਿਸ ਤਰ੍ਹਾਂ, ਰੀਪ੍ਰਜੈਂਟ ਕਿਸ ਤਰ੍ਹਾਂ ਕਰਦੇ ਹੋ ਆਪ ਨੂੰ, ਤੁਹਾਡਾ ਕੌਨਫੀਡੈਂਸ। ਕਦੀ ਤੁਸੀਂ ਆਪਣੇ ਆਪ ਨੂੰ ਤੁਸੀਂ ਵੇਖਣਾ ਬੜੇ ਇੰਟੈਲੀਜੈਂਟ ਬੱਚੇ ਵੀ ਹੁੰਦੇ ਆ ਬਟ ਉਹ ਆਪਣੀ ਗੱਲ ਨਹੀਂ ਰੱਖ ਪਾਉਂਦੇ, ਠੀਕ ਹੈ ਨਾ, ਕਹਿੰਦੇ ਨਹੀਂ ਸਰ ਮੇਰੇ ਕੋਲ ਨਹੀਂ, ਇਹਦੇ ਕੋਲ ਪੁੱਛ ਲਓ, ਮੈਨੂੰ ਆਉਂਦਾ ਪਰ ਮੈਂ ਬੋਲ ਨਹੀਂ ਸਕਦੀ। ਦਿਸ ਇਜ਼ ਨਾਟ ਗੁੱਡ ਐਟੀਟਿਊਡ। ਤੁਸੀਂ ਬੋਲਿਆ ਕਰੋ, ਕਿਉਂਕਿ ਜਿੰਨਾ ਤੁਸੀਂ ਬੋਲੋਗੇ ਹੋ ਸਕਦਾ ਤੁਹਾਡੇ ਬੋਲਣ ਦਾ ਲਹਿਜਾ ਗਲਤ ਹੋਵੇ, ਵੀ ਕੈਨ ਕਰੈਕਟ ਯੂ ਐਟ ਦਿਸ ਸਟੇਜ। ਅਤੇ ਬਾਅਦ 'ਚ ਉਹੀ ਤੁਸੀਂ ਅਗਰ ਲਿਟਲ ਕਰੈਕਸ਼ਨਸ ਤੁਹਾਡਾ ਐਟੀਟਿਊਡ ਬਣਦੀਆਂ ਅਤੇ ਐਟੀਟਿਊਡ ਹੌਲੀ ਤੁਹਾਡਾ ਬਿਹੇਵੀਅਰ ਬਣ ਜਾਂਦਾ, ਫਿਰ ਤੁਸੀਂ ਉਸ ਤਰ੍ਹਾਂ ਹੀ ਬਿਹੇਵ ਕਰਦੇ ਹੋ। ਤਾਂ ਕਰੈਕਸ਼ਨਸ ਆਰ ਆਲਵੇਜ਼ ਨੀਡਿਡ ਇਨ ਮਾਈ ਐਟੀਟਿਊਡ ਐਂਡ ਐਵਰੀਬਡੀਜ਼ ਐਟੀਟਿਊਡ। ਤਾਂ ਉਹ ਕੋਈ ਪ੍ਰੋਬਲਮ ਨਹੀਂ ਹੈਗੀ। ਆਪਣੇ ਆਪ ਨੂੰ ਜ਼ਰੂਰ ਪਾਰਟੀਸਿਪੇਟ ਕਰਿਆ ਕਰੋ। ਅਸੀਂ ਤਾਂ ਹੀ ਤੁਹਾਨੂੰ ਕਹਿੰਦੇ ਕਿ ਕਾਲਜਿਸ ਦੇ ਫੰਕਸ਼ਨ 'ਚ ਪਾਰਟੀਸਿਪੇਟ ਕਰੋ। ਦੈਟ ਇਜ਼ ਵੈਰੀ ਗੁੱਡ ਥਿੰਗ। ਈਚ ਐਂਡ ਐਵਰੀ ਚਾਈਲਡ ਸ਼ੁੱਡ ਪਾਰਟੀਸਿਪੇਟ। ਉਸ ਨਾਲ ਕੀ ਹੋਏਗਾ, ਤੁਹਾਨੂੰ ਆਪਣੀ ਗੱਲ ਰੱਖਣੀ ਆਉਂਦੀ ਹੈ, ਆਪਣੇ ਆਪ ਨੂੰ ਰਿਪਰੈਜ਼ੈਂਟ ਕਰਨਾ ਆਉਂਦਾ, ਪ੍ਰੈਜ਼ੈਂਟ ਕਰਨਾ, ਤੁਹਾਡਾ ਕੌਨਫੀਡੈਂਸ ਵੱਧਦਾ। ਪੂਅਰਲੀ ਮੋਟੀਵੇਟਡ, ਕਦੀ ਬੰਦੇ ਦੇ ਕੋਈ ਗੋਲਸ ਹੀ ਨਹੀਂ ਹੁੰਦੇ, ਅਚੀਵ ਹੀ ਨਹੀਂ ਕੁਛ ਅਚੀਵਮੈਂਟ, ਉਹ ਸੋਚਦਾ ਠੀਕ ਹੈ, ਲੇਜ਼ੀ ਹੁੰਦਾ ਬੰਦਾ, ਠੀਕ ਹੈ, ਉਹਦਾ ਕੋਈ ਅੱਗੇ ਫਰਦਰ ਗੋਲ ਨਹੀਂ ਹੁੰਦਾ। ਪੂਅਰ ਲੀਡਰਸ਼ਿਪ ਕੁਆਲਿਟੀਜ਼, ਕੋਈ ਲੀਡਰਸ਼ਿਪ ਕੁਆਲਿਟੀਜ਼ ਨਹੀਂ ਹੁੰਦੀਆਂ ਉਹਦੇ 'ਚ। ਆਪਣੇ ਆਪ ਨੂੰ ਸਮਝਦਾ ਕਿ ਆਈ ਐਮ ਲੀਡਰ ਬਟ ਹੀ ਔਰ ਸ਼ੀ ਇਜ਼ ਹੈਵਿੰਗ ਬੌਸੀ ਐਟੀਟਿਊਡ, ਠੀਕ ਹੈ ਨਾ। ਲੀਡਰ ਇਜ਼ ਵਨ ਹੂ ਟੇਕਸ ਦ ਟੀਮ ਵਿਦ ਹਿਮ, ਠੀਕ ਹੈ ਨਾ, ਉਹ ਇਕੱਠਾ ਕਰਕੇ ਚੱਲਦਾ ਸਭ ਨੂੰ, ਯਾਨੀ ਕਿ ਆਪਣੀ ਮਰਜ਼ੀ ਥੋਪਦਾ। ਉਹ ਸੁਣਦਾ ਗੱਲਾਂ, ਫਿਰ ਉਹਨਾਂ ਦੇ ਅਕੋਰਡਿੰਗ ਕੰਮ ਕਰਦਾ। ਆਪਣੇ ਪਲਾਨ ਨੂੰ ਚੇਂਜ ਕਰਨਾ ਪਵੇ ਤਾਂ ਚੇਂਜ ਵੀ ਕਰਦਾ, ਯਾਨੀ ਕਿ ਹਾਂ ਉਹ ਬੜਾ ਐਡਾਮੈਂਟ ਹੁੰਦਾ ਕਿ ਮੈਂ ਇੱਦਾਂ ਹੀ ਕੰਮ ਕਰਨਾ। ਲੈਕ ਆਫ ਪ੍ਰੀਪਰੇਸ਼ਨ ਫॉर ਇੰਟਰਵਿਊ, ਕਦੀ ਕੀ ਹੁੰਦਾ ਕਿ ਬੰਦਾ ਕੈਂਡੀਡੇਟ ਇੰਟਰਵਿਊ ਦੇਣ ਆਉਂਦਾ, ਉਦੋਂ ਦੀ ਪ੍ਰੀਪਰੇਸ਼ਨ ਹੀ ਨਹੀਂ ਹੁੰਦੀ, ਇੰਟਰਵਿਊ ਦੀ ਪ੍ਰੀਪੇਅਰ ਹੀ ਨਹੀਂ ਕਰਕੇ ਆਉਂਦਾ, ਠੀਕ ਹੈ। ਅਤੇ ਕਦੀ ਬੰਦਾ ਕੀ ਹੁੰਦਾ, ਐਵੇਂ ਹੀ ਜਾ ਕੇ ਕੁਛ ਵੀ ਕੋਟ ਕਰ ਦਿੰਦਾ, ਕੁਛ ਵੀ ਬਹੁਤ ਜ਼ਿਆਦਾ ਪੈਸੇ ਕੋਟ ਕਰ ਦਿੰਦਾ ਕਿ ਜਿੰਨੇ ਕਿ ਉਹ ਸੈਲਰੀ ਉਹ ਦੇ ਹੀ ਨਹੀਂ ਪਾਉਂਦੇ, ਤਾਂ ਉਸ ਕਰਕੇ ਵੀ ਛੱਡ ਦਿੰਦੇ ਨੇ। ਅਤੇ ਕਦੀ ਹੁੰਦਾ ਕਿ ਬੰਦਾ ਜਿਸ ਜੋਬ ਲਈ ਅਪਲਾਈ ਕਰਦਾ ਹੁੰਦਾ ਉਸਦਾ ਸਕਿੱਲ ਉਸ ਜੋਬ ਦੇ ਨਾਲ ਮੈਚ ਨਹੀਂ ਕਰਦਾ, ਇਨਐਪਰੋਪ੍ਰੀਏਟ ਬੈਕਗਰਾਊਂਡ ਹੁੰਦੀ ਜਾਂ ਐਕਸਪੀਰੀਅੰਸ ਉਹਦਾ ਕਿਸੇ ਹੋਰ ਕੈਟਾਗਰੀ 'ਚ ਹੁੰਦਾ, ਤਾਂ ਉਹ ਅਪਲਾਈ ਕਿਸੇ ਹੋਰ ਪੋਸਟ ਵਾਸਤੇ ਕਰ ਰਿਹਾ ਹੁੰਦਾ, ਠੀਕ ਹੈ ਨਾ। ਅਤੇ ਨਾ ਕੋਈ ਕਦੀ ਹੁੰਦਾ ਕਿ ਐਕਸਟਰਾ ਕਰਿਕੂਲਰ ਐਕਟੀਵਿਟੀ 'ਚ ਪਾਰਟੀਸਪੇਸ਼ਨ ਨਹੀਂ ਹੁੰਦਾ। ਉਹਨਾਂ ਕੀ ਦਿਖਦਾ ਕਿ ਬੰਦਾ ਟੀਮ ਵਰਕ ਹਾਈਲਾਈਟ ਕਰਦਾ। ਜੇ ਤੁਸੀਂ ਕਾਲਜ ਦੇ ਫੰਕਸ਼ਨ 'ਚ ਪਾਰਟੀਸਪੇਟ ਕਰਦੇ ਹੋ, ਕਾਨਫੀਡੈਂਸ ਡਿਬੇਟ ਡੈਕਲਾਮੇਸ਼ਨਸ ਵਗੈਰਾ ਤੁਸੀਂ ਪਾਰਟੀਸਪੇਟ ਕਰਦੇ ਹੋ, ਤਾਂ ਦੇਖਦੇ ਕਿ ਬੰਦਾ ਬੋਲ ਵੀ ਸਕਦਾ। ਕਮਿਊਨੀਕੇਸ਼ਨ ਸਕਿੱਲਸ ਦਿਖਦਾ ਕਿ ਹਾਂ ਵੀ ਬੰਦਾ ਆਪਣੇ ਨੂੰ ਪ੍ਰੈਜ਼ੈਂਟ ਕਰ ਪਾਉਂਦਾ ਕਿਸੇ, ਅਗਰ ਕੱਲ੍ਹ ਨੂੰ ਕੰਪਨੀ ਨੂੰ ਕਿਤੇ ਰਿਪਰੈਜ਼ੈਂਟੇਟਿਵ ਬਣਾ ਕੇ ਭੇਜੇ, ਠੀਕ ਹੈ, ਜਾਂ ਗਵਰਨਮੈਂਟ ਵੀ ਬਣ। ਲੈਕ ਆਫ ਬੇਸਿਕ ਸਕਿੱਲਸ, ਕਦੀ ਬੰਦੇ ਨੂੰ ਪੜ੍ਹਨਾ ਨਹੀਂ ਆਉਂਦਾ ਹੁੰਦਾ, ਰੀਡਿੰਗ ਰਾਈਟਿੰਗ, ਠੀਕ ਹੈ। ਤੋ ਇਟ ਇਜ਼ ਗੁੱਡ ਆਲ ਦੈਟ ਇਜ਼ ਵਾਈ ਦੇਰ ਆਰ ਸੋ ਮੈਨੀ ਫੰਕਸ਼ਨਸ ਗੋਇੰਗ ਔਨ ਇਨ ਯੋਰ ਕਾਲਜਿਸ। ਅਤੇ ਉਹਦੇ ਵਿੱਚ ਤੁਹਾਨੂੰ ਕਿਹਾ ਜਾਂਦਾ ਬਾਰ ਕਿ ਪਾਰਟੀਸਪੇਟ ਕਰੋ ਬੱਚੇ, ਇਫ ਯੂ ਵਾਂਟ ਟੂ ਐਂਡ ਇਨ ਅ ਗੁੱਡ ਪਲੇਸ, ਠੀਕ ਹੈ ਨਾ। ਮਤਲਬ ਆਪਣੇ ਆਪ ਨੂੰ ਉੱਥੇ ਅਨਇੰਪਲੋਇਡ ਨਹੀਂ ਦੇਖਣਾ ਚਾਹੁੰਦੇ, ਅਤੇ ਆਪਣੀ ਗੱਲ 'ਤੇ ਰੱਖੋ ਨਾ। ਕੱਲ੍ਹ ਨੂੰ ਅਗਰ ਤੁਸੀਂ ਦੇਖੋ ਯੂ ਫੀਲ ਸ਼ਾਏ ਕਿ ਅਸੀਂ ਪਾਰਟੀਸਪੇਟ ਨਹੀਂ ਕਰਨਾ, ਬਾਅਦ 'ਚ ਹੁੰਦਾ ਜੋਬ ਜਦੋਂ ਜਾਂਦੇ ਤੁਸੀਂ ਬੋਲਦੇ ਨਹੀਂ ਹੋ, ਫਿਰ ਤੁਹਾਨੂੰ ਜੋਬ 'ਤੇ ਪੈਸੇ ਵੀ ਘੱਟ ਮਿਲਦੇ ਨੇ। ਪਰ ਜਿਹੜਾ ਕਦੀ ਹੁੰਦਾ ਬੰਦਾ ਇੰਨਾ ਜ਼ਿਆਦਾ ਪੜ੍ਹਿਆ ਲਿਖਿਆ ਨਹੀਂ, ਬਟ ਸ਼ੀ ਇਜ਼ ਵੈਰੀ ਕੌਨਫੀਡੈਂਟ, ਉਹ ਆਪਣੇ ਆਪ ਨੂੰ ਅੱਗੇ ਲੈ ਜਾਂਦਾ ਹੈ, ਠੀਕ ਹੈ।
ਠੀਕ ਹੈ। ਜਿਹੜਾ EMPLOYE ਹੋਏਗਾ, ਸਭ ਤੋਂ ਪਹਿਲੇ ਕਿਹੜੇ ਗੁਣ ਵੇਖਦਾ ਕੋਈ ਵੀ EMPLOYE ਨੂੰ? ਆਪਣੇ ਜਦੋਂ ਇੰਟਰਵਿਊ ਆਉਂਦੀ ਉਹਨੂੰ ਆਪਣੇ ਆਪ ਨੂੰ ਦਿਖਾਉਣਾ ਪੈਂਦਾ ਕਿ ਹਾਂ ਵੀ ਆਪਣੇ ਡੈਮੋਸਟ੍ਰੇਟ ਕਰਨਾ ਪੈਂਦਾ ਕਿ ਹਾਂ ਮੈਂ ਟੀਮ 'ਚ ਕੰਮ ਕੀਤਾ ਹੋਇਆ, ਐਗਜ਼ਾਮਪਲਸ ਦੇ ਕੇ ਕਿ ਹਾਂ ਵੀ ਜਿੱਦਾਂ ਮਤਲਬ ਤੁਸੀਂ ਕੰਪੀਟੀਸ਼ਨ 'ਚ ਪਾਰਟੀਸਪੇਟ ਕੀਤਾ, ਕੁਇਜ਼ਿਸ 'ਚ, ਗਰੁੱਪ ਡਿਸਕਸ਼ਨਸ 'ਚ, ਠੀਕ ਹੈ। ਪ੍ਰੋਬਲਮ ਸੋਲਵਿੰਗ ਐਟੀਟਿਊਡ ਦਿਖਾਉਣਾ ਪੈਂਦਾ। ਕਦੀ ਕਦੀ ਉਹ ਤੁਹਾਨੂੰ ਕੁਐਸਚਨ ਦਿੰਦੇ ਆ ਇਹੋ ਜਿਹਾ, ਤੁਸੀਂ ਉਹ ਸੋਲਵ ਕਰਨ ਦਾ ਕੀ ਤੁਹਾਡਾ ਐਟੀਟਿਊਡ ਉੱਥੇ ਪਤਾ ਲੱਗ ਜਾਂਦਾ। ਕੈਪੈਸਿਟੀ ਟੂ ਡੀਲ ਵਿਦ ਨੋਨ ਰੂਟੀਨ ਪ੍ਰੋਸੈਸਿਸ, ਉਹ ਤੁਹਾਨੂੰ ਕੋਈ ਇੱਦਾਂ ਦੀ ਪ੍ਰੋਬਲਮ ਦੇ ਦਿੰਦੇ ਜਿਹੜਾ ਕਿ ਤੁਹਾਨੂੰ ਤੁਸੀਂ ਤੁਹਾਡੀ ਡੇਲੀ ਮਰਾ ਉਹ ਜ਼ਿੰਦਗੀ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਬਟ ਤੁਸੀਂ ਉਹਨੂੰ ਕਿਸ ਤਰ੍ਹਾਂ ਟੈਕਲ ਕਰਦੇ ਹੋ, ਉਹ ਵੀ ਤੁਹਾਨੂੰ ਇਹ ਸਭ ਐਬਿਲਿਟੀਜ਼ ਤੁਹਾਨੂੰ ਆਪਣੀ ਇੰਟਰਵਿਊ ਦੇ ਟਾਈਮ ਸ਼ੋਅ ਕਰਨੀਆਂ ਪੈਂਦੀਆਂ ਨੇ। ਇਟ ਇਜ਼ ਬੈਟਰ ਟੂ ਪਾਰਟੀਸਪੇਟ ਨਾਓ ਇਨ ਯੋਰ ਕਾਲਜ ਫੰਕਸ਼ਨਸ, ਤਾਂ ਕਿ ਤੁਹਾਡਾ ਕੌਨਫੀਡੈਂਸ ਬਿਲਡਅਪ ਹੋਵੇ, ਤੁਹਾਨੂੰ ਕਮਿਊਨੀਕੇਸ਼ਨ ਸਕਿੱਲ ਡਿਵੈਲਪ ਹੋਣ, ਠੀਕ ਹੈ। ਯੂ ਕੈਨ ਆਲਵੇਜ਼ ਲਰਨ, ਠੀਕ ਹੈ। ਵੀ ਆਰ ਆਲਸੋ ਲਰਨਿੰਗ, ਠੀਕ ਹੈ। ਵੀ ਆਰ ਨਾਟ ਕਲੇਮਿੰਗ ਕਿ ਸਾਨੂੰ ਸਭ ਕੁਛ ਆਉਂਦਾ ਹੈ, ਤੁਸੀਂ ਵੀ ਸਾਨੂੰ ਕਦੀ ਕਦੀ ਬਹੁਤ ਕੁਛ ਸਿਖਾ ਦਿੰਦੇ ਹੋ, ਠੀਕ ਹੈ। ਹੁਣ ਕੀ ਹੁੰਦਾ, ਕਿਉਂਕਿ ਦੇਖੋ ਅਸੀਂ ਪੜ੍ਹਦੇ ਰਹਿੰਦੇ ਹਾਂ, ਬਟ ਅਗਰ ਇਹ ਸਬਜੈਕਟ ਅਸੀਂ ਅੱਜ ਤੱਕ ਪਹਿਲੇ ਸੈਂਟਰ ਆਫ ਫੋਕਸ ਨਹੀਂ ਹੁੰਦਾ ਸੀ, ਬਟ ਡਿਊ ਟੂ ਰਾਈਜ਼ਿੰਗ ਅਨਇੰਪਲੋਇਮੈਂਟ ਉਹਨਾਂ ਨੇ ਵੇਖਿਆ ਕਿ ਇੰਡਸਟਰੀ ਕਹਿੰਦੀ ਸੀ ਕਿ ਸਾਨੂੰ ਇਸ ਤਰ੍ਹਾਂ ਦੇ ਬੰਦੇ ਚਾਹੀਦੇ ਹਨ। ਵੀ ਵਾਂਟ ਟ੍ਰੇਨਡ ਲੇਬਰਸ, ਬਟ ਦ ਪਰਸਨ ਸ਼ੁੱਡ ਬੀ ਏਬਲ ਟੂ ਰਿਪਰਜੈਂਟ ਆਰ ਕੰਪਨੀ, ਠੀਕ ਹੈ, ਐਂਡ ਸ਼ੁੱਡ ਬੀ ਏਬਲ ਟੂ ਟੈਕਲ ਵੇਰੀਅਸ ਕਾਈਂਡ ਆਫ ਵਰਕ। ਉਹ ਨਖਰੇ ਨਾ ਕਰਦਾ ਮੈਂ ਨਹੀਂ ਕਰਨਾ, ਠੀਕ ਹੈ। ਫਿਰ ਇਹਨੂੰ ਉਹਨੇ ਕਿਹਾ ਕਿ ਤੁਸੀਂ ਕਰਿਕੂਲਮ ਦਾ ਇੱਕ ਪਾਰਟ ਬਣਾਓ। ਦਸ ਐਜੂਕੇਸ਼ਨ ਪ੍ਰੋਗਰਾਮ ਦੈਟ ਐਮਫਸਾਈਜ਼ ਸੱਚ ਸਕਿੱਲਸ ਆਫਰ ਲਰਨਰ, ਜਿਹੜੇ ਹੁਣ ਜਿੱਦਾਂ ਤੁਸੀਂ ਇਹ ਸਬਜੈਕਟ ਪੜ੍ਹ ਕੇ ਜਾਓਗੇ, ਇਹਦੇ ਬਾਰੇ ਜਿਹੜੀ ਜਾਣਕਾਰੀ ਡੈਪਥ 'ਚ ਜਾਓਗੇ, ਫਿਰ ਤੁਹਾਨੂੰ ਨੋ ਡਾਊਟ ਇੰਪਲੋਏਬਲ ਹੋਣ ਦੇ ਚਾਂਸ ਤੁਹਾਡੇ ਵਧਣਗੇ ਦੂਜਿਆਂ ਨਾਲ ਜਿਹਨਾਂ ਨੂੰ ਇਹਨਾਂ ਬਾਰੇ ਗੱਲਾਂ ਬਾਰੇ ਨਹੀਂ ਪਤਾ ਗਾ। ਪਲੱਸ ਤੁਸੀਂ ਅਗਰ ਕੱਲ੍ਹ ਨੂੰ ਆਪਣਾ ਬਿਜ਼ਨਸ ਸਟਾਰਟ ਵੀ ਕਰਦਾ, ਤੁਹਾਨੂੰ ਕੁਆਲਿਟੀਜ਼ ਅਗਰ ਤੁਹਾਡੇ ਅੰਦਰ ਹੋਣਗੀਆਂ, ਤੁਹਾਨੂੰ ਬਿਜ਼ਨਸ ਰਨ ਕਰਨ 'ਚ ਜ਼ਿਆਦਾ ਪ੍ਰੋਬਲਮ ਨਹੀਂ ਆਏਗੀ। ਅਤੇ ਹੁਣ ਐਜੂਕੇਟਰਸ ਜਾਂ ਟੀਚਰਸ ਵੀ ਉਹ ਵੀ ਚਾਹੁੰਦੇ ਕਿ ਸਾਡੇ ਬੱਚੇ, ਕਿਉਂਕਿ ਜਿਹੜੇ ਬੱਚੇ ਹੁੰਦੇ ਨੇ ਟੀਚਰ ਦੀ ਰਿਫਲੈਕਸ਼ਨ ਹੀ ਹੁੰਦੇ ਨੇ, ਠੀਕ ਹੈ। ਅਗਰ ਤੁਹਾਡੇ 'ਚ ਕੁਆਲਿਟੀਜ਼ ਹੋਣਗੀਆਂ ਤਾਂ ਐਜੂਕੇਟਰਸ ਚਾਹੁੰਦੇ ਕਿ ਤੁਹਾਡੇ ਅੰਦਰ ਸਾਰੀ ਕੁਆਲਿਟੀਜ਼ ਹੋਣ। ਆਲਸੋ ਵਿਸ਼ ਦੇਅਰ ਲਰਨਰਸ ਟੂ ਬੀ ਮੋਰ ਰਿਫਲੈਕਟਿਵ ਐਂਡ ਸੈਲਫ ਡਾਇਰੈਕਟਿਡ, ਉਹਨੂੰ ਪਤਾ ਹੈ ਕਿ ਅਸੀਂ ਕਿਹੜੀ ਦਿਸ਼ਾ 'ਚ ਜਾਣਾ ਹੈ। ਸੈਲਫ ਡਾਇਰੈਕਟਿਡ ਮਤਲਬ ਤੁਸੀਂ ਗੋਲ ਕੀ ਅਚੀਵ ਕਰਨੇ, ਕਿਹੜੇ ਤਰੀਕੇ ਨਾਲ ਆਪਾਂ ਜਨਰਲ ਸਕਿੱਲ ਡਿਵੈਲਪ ਕਰ ਸਕਦੇ ਹਾਂ, ਠੀਕ ਹੈ ਜੀ। ਕਿਹੜਾ ਤਰੀਕਾ ਹੋ ਸਕਦਾ? ਗਰੁੱਪ ਡਿਸਕਸ਼ਨਸ ਦੇ ਥਰੂ ਤੁਹਾਨੂੰ ਕੀ ਡਿਵੈਲਪ ਹੋਏਗੀ? ਕਮਿਊਨੀਕੇਸ਼ਨ ਸਕਿੱਲਸ, ਪਬਲਿਕ ਸਪੀਕਿੰਗ, ਅਗਰ ਤੁਸੀਂ ਡਿਕਲਾਮੇਸ਼ਨ ਵਗੈਰਾ ਕੁਛ ਵੀ ਕਿਤੇ ਬੋਲਦੇ ਹੋ, ਪ੍ਰੈਜੈਂਟੇਸ਼ਨ, ਹੈਲਪ ਇਨ ਇੰਪਰੂਵਿੰਗ, ਕਿਹੜਾ ਸਕਿੱਲ ਡਿਵੈਲਪ ਹੋਇਆ ਨਾ? ਕਮਿਊਨੀਕੇਸ਼ਨ ਸਕਿੱਲਸ, ਠੀਕ ਹੈ ਜੀ। ਅਸੈਸਮੈਂਟਸ ਐਂਡ ਕੁਇਜ਼ਸ ਇਨ ਗਰੁੱਪ ਬੇਸਿਸ, ਅਗਰ ਗਰੁੱਪ ਬੇਸਿਸ 'ਤੇ ਤੁਸੀਂ ਕੋਈ ਅਸੈਸਮੈਂਟ ਸੋਲਵ ਕਰਦੇ ਹੋ, ਕੁਇਜ਼ ਪਾਰਟੀਸਪੇਟ ਕਰਦੇ ਹੋ, ਤੁਸੀਂ ਕਰਦੇ ਹੋ, ਜਾਂ ਜਿੱਦਾਂ ਮੰਨ ਲਓ ਤੁਹਾਡੀ ਕਾਲਜ 'ਚ ਕੋਈ ਕੁਇਜ਼ ਹੋ ਰਿਹਾ ਤਾਂ ਤੁਸੀਂ ਆਪਣੇ ਦੋਸਤ ਨੂੰ ਕਹਿੰਦੇ ਤੂੰ ਇਹ ਵਾਲਾ ਪੋਰਸ਼ਨ ਪ੍ਰੀਪੇਅਰ ਕਰ ਲਈ, ਮੈਂ ਇਹ ਵਾਲਾ ਪੋਰਸ਼ਨ ਪ੍ਰੀਪੇਅਰ ਕਰਾਂਗੇ, ਸਾਡੀ ਟੀਮ ਤਿਆਰ ਹੋਗੀ, ਠੀਕ ਹੈ ਨਾ। ਇਹਦਾ ਮਤਲਬ ਕਿ ਜਦ ਤੁਸੀਂ ਕੁਇਜ਼ਸ ਜਾਂ ਅਸੈਸਮੈਂਟ ਵਰਕ ਕਰਦੇ ਹੋ, ਕੋਈ ਵੀ ਪ੍ਰੋਜੈਕਟ ਕਰਦੇ ਹੋ ਇਨ ਟੀਮ, ਤਾਂ ਤੁਹਾਡੇ ਅੰਦਰ ਕਿਹੜੀ ਕੁਆਲਿਟੀ ਡਿਵੈਲਪ ਹੁੰਦੀ ਹੈ? ਟੀਮ ਵਰਕ, ਕੋਆਪਰੇਟਿਵ ਐਟੀਟਿਊਡ ਡਿਵੈਲਪ ਹੁੰਦਾ, ਹੈਲਪ ਇਨ ਡਿਵੈਲਪਮੈਂਟ ਆਫ ਟੀਮ ਵਰਕ ਔਰ ਕੋਆਪਰੇਟਿਵ ਲਰਨਿੰਗ। ਆਲਸੋ ਇੰਨਾ ਕੀ ਹੁੰਦਾ, ਕੌਨਫੀਡੈਂਸ ਵੀ ਵੱਧਦਾ ਹੈ ਅਤੇ ਪ੍ਰੋਬਲਮ ਸੋਲਵਿੰਗ ਸਕਿੱਲਸ ਵੀ ਆਉਂਦੇ ਆ। ਕਿੱਦਾਂ? ਕਿਉਂਕਿ ਹੋ ਸਕਦਾ ਤੁਸੀਂ ਉਸ ਪ੍ਰੋਬਲਮ ਨੂੰ ਪਹਿਲੀ ਵਾਰ ਵੇਖਿਆ ਹੋਵੇ, ਪਰ ਤੁਹਾਡੇ ਦੋਸਤ ਨੇ ਉਹਨੂੰ ਪਹਿਲਾਂ ਵੀ ਦੇਖਿਆ ਹੋਵੇ, ਅਤੇ ਇਸ ਤਰ੍ਹਾਂ ਕੀ ਹੋਏਗਾ, ਤੁਹਾਨੂੰ ਉਹ ਪ੍ਰੋਬਲਮ ਸੋਲਵ ਕਰਨ 'ਚ ਕੀ ਹੋ ਜਾਏਗੀ, ਮਤਲਬ ਤੁਹਾਡੇ ਅੰਦਰ ਪ੍ਰੋਬਲਮ ਸੋਲਵਿੰਗ ਸਕਿੱਲ ਡਿਵੈਲਪ, ਤੁਹਾਨੂੰ ਉਹਨੂੰ ਟੈਕਲ ਕਰਨ ਦਾ ਤਰੀਕਾ ਆ ਜਾਏਗਾ, ਠੀਕ ਹੈ ਜੀ। ਅਤੇ ਅਡੈਪਟੇਸ਼ਨ ਕਿੱਦਾਂ ਡਿਵੈਲਪ ਹੋ ਸਕਦੀ ਹੈ? ਅਗਰ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਜਿਸ ਏਰੀਆ 'ਚ ਤੁਸੀਂ ਕੰਮ ਕਰਨਾ ਚਾਹੁੰਦੇ ਹੋ, ਤੁਸੀਂ ਆਪਣੇ ਆਪ ਨੂੰ ਉੱਥੇ ਜਾ ਕੇ ਐਕਸਪੋਜਰ ਕਰਾਓ, ਉੱਥੇ ਤੁਸੀਂ ਟ੍ਰੇਨਿੰਗ ਲਗਾਓ। ਐਕਸਪੋਜਰ ਟੂ ਰੀਅਲ ਇੰਡਸਟਰੀਅਲ ਇਨਵਾਇਰਮੈਂਟ ਇੰਕਰੀਜ਼ਿਸ ਅਡੈਪਟੇਬਿਲਿਟੀ ਸਕਿੱਲਸ, ਠੀਕ ਹੈ ਜੀ। ਰੀਡਿੰਗ ਹੈਬਿਟ, ਸ਼ੇਅਰਿੰਗ ਐਕਸਪੀਰੀਅੰਸਿਸ, ਰਿਸਰਚ ਐਕਟੀਵਿਟੀਜ਼, ਜ਼ਿਆਦਾ ਪੜ੍ਹਨਾ, ਹੋਰ ਰਿਸਰਚ ਦੇ ਅੰਦਰ ਪਾਰਟੀਸਪੇਟ ਕਰਨਾ, ਠੀਕ ਹੈ। ਇਹਨਾਂ ਕੀ ਹੋਏਗਾ, ਤੁਸੀਂ ਆਪਣਾ ਲਾਈਫ ਲੌਂਗ ਲਰਨਿੰਗ ਦੇ ਵੱਲ ਨੂੰ ਜਾਓਗੇ। ਫਾਰਮ ਪਾਰਟਸ ਆਫ ਲਾਈਫ ਲੌਂਗ ਲਰਨਿੰਗ, ਇਸ ਤਰੀਕੇ ਨਾਲ ਤੁਸੀਂ ਆਪਣੇ ਅੰਦਰ ਵੇਰੀਅਸ ਜਨਰਲ ਸਕਿੱਲਸ ਡਿਵੈਲਪ ਕਰ ਸਕਦੇ ਹੋ। ਇੱਕ ਚੀਜ਼ ਹੁੰਦੀ ਅਨਕਰੇਜ ਮੋਨੀਟਰਿੰਗ ਕੀ ਹੁੰਦਾ? ਮੋਨੀਟਰਿੰਗ ਹੁੰਦਾ ਕੋਗਨੇਟਿਵ ਪ੍ਰੋਸੈਸ ਹੈ। ਕੋਗਨੇਟਿਵ ਪ੍ਰੋਸੈਸ ਕੀ ਮਤਲਬ? ਕੋਗਨੇਟਿਵ ਹੁੰਦਾ ਕਿ ਤੁਸੀਂ ਕਿਸੇ ਚੀਜ਼ ਬਾਰੇ ਪੜ੍ਹਿਆ, ਲਰਨ ਕੀਤਾ, ਠੀਕ ਹੈ। ਉਹ ਪ੍ਰੋਸੈਸ ਆਫ ਕੀਪਿੰਗ ਟਰੈਕ ਆਫ ਰੈਗੂਲੇਟਿੰਗ ਐਂਡ ਕੰਟਰੋਲਿੰਗ ਅ ਮੈਂਟਲ ਪ੍ਰੋਸੈਸ ਦੇ ਉੱਤੇ ਤੁਸੀਂ ਟਰੈਕ ਰੱਖਿਆ ਅਤੇ ਉਹਨੂੰ ਕੰਟਰੋਲ ਕੀਤਾ। ਮੋਨੀਟਰਿੰਗ ਦਾ ਮਤਲਬ ਇਹ ਹੈ ਕੰਸੀਡਰਿੰਗ, ਉਹ 'ਚ ਪਾਸਟ ਵੀ ਪੜ੍ਹਿਆ ਤੁਸੀਂ, ਪਾਸਟ 'ਚ ਕੀ ਹੈਗਾ ਸੀ, ਪ੍ਰੈਜੈਂਟ, ਅਤੇ ਫਿਰ ਬਾਅਦ ਉਹਦੇ ਅਕੋਰਡਿੰਗ ਪਲੈਨਡ ਐਕਸ਼ਨਸ ਲਏ ਤਾਂ ਕਿ ਉਹ ਬੱਚੇ ਦੀ ਜਾਂ ਡਿਵੈਲਪਮੈਂਟ ਹੋ ਸਕੇ। ਐਨਕਰੇਜ ਰਿਫਲੈਕਸ਼ਨ ਇੱਕ ਮੈਟਾਕੋਗਨੇਟਿਵ ਪ੍ਰੋਸੈਸ ਹੈ ਆਫ ਥਿੰਕਿੰਗ ਅਬਾਊਟ ਪਾਸਟ ਐਕਸ਼ਨ, ਤੁਸੀਂ ਉਹਦੇ ਵਿੱਚ ਪਾਸਟ ਐਕਸ਼ਨਸ ਬਾਰੇ ਹੀ ਪੜ੍ਹਦੇ ਹੋ, ਠੀਕ ਹੈ ਜੀ। ਠੀਕ ਹੈ ਜੀ। ਅਤੇ ਹੁਣ ਬੇਟਾ ਗਲੋਬਲ ਐਂਡ ਲੋਕਲ ਸਿਨਾਰੀ ਆਫ GST, ਮਤਲਬ ਇਕੱਲਾ ਤੁਸੀਂ ਸੋਚੋ ਕਿ ਇਹ ਅਨਇੰਪਲੋਇਮੈਂਟ ਇਜ਼ ਨਾਟ ਫੇਸਡ ਓਨਲੀ ਇਨ ਇੰਡੀਆ, ਇਟ ਇਜ਼ ਐਵਰੀਵੇਅਰ, ਠੀਕ ਹੈ ਜੀ। ਪੀਪਲ ਡੋਂਟ ਗੈਟ ਜੋਬਸ
ਪੀਪਲ ਆਫਨ ਗੈਟ ਜੌਬ, ਮਿਲ ਜਾਂਦੀ ਹੈ ਜੌਬ, ਬਟ ਜੋ ਜੌਬ ਚਾਹੁੰਦੇ ਉਹਨਾਂ ਨੂੰ ਮਿਲ ਨਹੀਂ ਪਾਉਂਦੀ। ਕਿਉਂ? ਕਿਉਂਕਿ ਉਹਨਾਂ ਅੰਦਰ ਪੂਰੇ ਉਹ ਸਕਿੱਲਸ ਨਹੀਂ ਹੁੰਦੇ ਜੋ ਕਿ ਐਕਚੁਅਲ ਇੰਪਲਾਇਰ ਨੂੰ ਉਸ ਟਾਈਮ ਚਾਹੀਦੇ ਹੁੰਦੇ। ਠੀਕ ਹੈ ਜੀ। ਅਤੇ ਇਹ ਬਾਹਰ ਦੀ ਕੰਟਰੀਆਂ 'ਚ ਹੈਗਾ ਕਿ ਜਿੱਥੇ ਜ਼ਿਆਦਾ ਇੰਡਸਟਰੀਜ਼ ਹੈਗੀਆਂ ਉੱਥੇ ਤਾਂ GS ਗਵਰਨਮੈਂਟ ਜਨਰਲ ਸਕਿੱਲਸ ਦੀ ਹੋਰ ਵੀ ਜ਼ਿਆਦਾ ਡਿਮਾਂਡ ਹੋਏਗੀ, ਕਿਉਂਕਿ ਉਹਨੂੰ ਇੰਪਲੋਈ ਉੱਥੇ ਇੰਪਲੋਇਮੈਂਟ ਦੇ ਚਾਂਸਸ ਕੀ ਹੋਣਗੇ? ਜ਼ਿਆਦਾ ਹੋਣਗੇ। ਠੀਕ ਹੈ। Government of industrious countries have made several attempts to improve general skill ਗਲੋਬਲ ਐਂਡ ਲੋਕਲ ਸਿਨਾਰੀਓ ਆਫ GSD ਇਹਦੇ ਵਿੱਚ ਪੜ੍ਹਦੇ ਜਾਣਾ। ਜਿਹੜਾ ਇੰਡਸਟਰੀਅਲ ਸੈਕਟਰ ਹੈਗਾ, ਜਿੱਥੇ ਕਿ ਇੰਡਸਟਰੀਜ਼ ਜ਼ਿਆਦਾ ਹੈਗੀਆਂ ਨਾ, ਉੱਥੇ ਗਵਰਨਮੈਂਟ ਜ਼ਿਆਦਾ ਫੋਕਸ ਕਰਦੀ ਹੈ ਇਹਨਾਂ ਉੱਪਰ ਟੂ ਡਿਵੈਲਪ। ਪੋਲਿਸੀਜ਼ ਵੀ ਬਣਾਈਆਂ ਜਾਂਦੀਆਂ ਨੇ, ਪੋਲਿਸੀਜ਼ ਫੋਕਸ ਔਨ ਸਰਟਨ ਕੋਰ ਸਕਿੱਲ। ਕਦੀ ਕਿ ਪੋਲਿਸੀਜ਼ ਬਣਾਈ ਜਾਂਦੀ ਕਿ ਆਹ ਸਕਿੱਲ ਤੇ ਪੱਕਾ ਤੁਸੀਂ ਆਪਣੇ ਐਜੂਕੇਸ਼ਨ ਦਾ ਕਰਿਕੂਲਮ ਬਣਾਓ, ਜਾਣੇ ਕਿ ਕੰਪਿਊਟਰ ਦੀ ਟ੍ਰੇਨਿੰਗ ਦਿਓ, ਕਮਿਊਨੀਕੇਸ਼ਨ ਸਕਿੱਲਸ ਜਿੱਦਾਂ ਤੁਹਾਡਾ ਸਬਜੈਕਟ ਹੈ ਇੰਗਲਿਸ਼ ਐਂਡ ਕਮਿਊਨੀਕੇਸ਼ਨ ਸਕਿੱਲਸ ਹੈਗਾ, ਨਿਊਮਰੇਸੀ ਮਤਲਬ ਨੰਬਰਸ ਬਾਰੇ ਨੌਲੇਜ ਹੋਵੇ, ਵੇਰੀਅਸ ਮੈਥਮੈਟੀਕਲ ਸਕਿੱਲਸ ਹੋਣ ਤੁਹਾਡੇ ਅੰਦਰ, ਇਨਫੋਰਮੇਸ਼ਨ ਟੈਕਨੋਲੋਜੀ ਹੋਵੇ, ਪ੍ਰੋਬਲਮ ਸੋਲਵਿੰਗ ਸਕਿੱਲ ਹੋਣ, ਟੀਮ ਵਰਕ ਸਕਿੱਲਸ ਹੋਣ। ਇਹ ਤਾਂ ਪੋਲਿਸੀ ਦਾ ਪਾਰਟ ਬਣਦਾ ਕਿ ਹਾਂ ਵੀ ਤੁਸੀਂ ਫੰਕਸ਼ਨਸ ਕਰਾਣੇ, ਡੈਕਲਾਮੇਸ਼ਨ ਕਰਾਣੇ, ਕੁਇਜ਼ਸ ਕਰਾਣੇ, ਗਰੁੱਪ ਡਿਸਕਸ਼ਨਸ ਕਰਾਉਣੀ ਹੈ, ਤਾਂ ਕਿ ਇਹ ਗਰੁੱਪ ਡਿਸਕਸ਼ਨ ਵਗੈਰਾ ਨਾਲ ਤੁਹਾਡੇ ਅੰਦਰ ਸਕਿੱਲਸ ਡਿਵੈਲਪ ਹੁੰਦੇ ਆ ਟੀਮ ਵਰਕ ਕਰਨ ਦੇ। ਠੀਕ ਹੈ ਜੀ। ਅਤੇ ਡੈਕਲਾਮੇਸ਼ਨ ਦੇ ਦੌਰਾਨ ਤੁਹਾਨੂੰ ਕੌਨਫੀਡੈਂਸ ਆਉਂਦਾ, ਕਮਿਊਨੀਕੇਸ਼ਨ ਸਕਿੱਲ ਡਿਵੈਲਪ ਹੁੰਦੇ ਉਹਦੇ ਨਾਲ। ਠੀਕ ਹੈ। ਇਹ ਤੁਹਾਡੀ ਜਿਹੜਾ ਐਜੂਕੇਸ਼ਨ ਦਾ ਢਾਂਚਾ ਹੈ ਉਹ ਇਸ ਤਰ੍ਹਾਂ ਪਲੈਨਡ ਵੇ ਨਾਲ ਪੋਲਿਸੀਜ਼ ਦੇ ਥਰੂ ਬਣਿਆ ਹੋਇਆ। ਉਹ ਇਸੇ ਕਰਕੇ ਬਣਾ ਕਹਿੰਦਾ ਵੱਖੋ ਵੱਖਰੀ ਕੰਟਰੀਜ਼ ਵਿੱਚ ਕਿਸ ਤਰ੍ਹਾਂ। ਆਸਟ੍ਰੇਲੀਆ ਦੇ ਵਿੱਚ ਵੇਖੋ, ਆਸਟ੍ਰੇਲੀਆ ਵਿੱਚ ਕਮੇਟੀ ਬਣਾਈ ਗਈ ਹੈ ਜਿਹਦੇ ਵਿੱਚ ਜਿਹਦਾ ਮੇਨ ਫੰਕਸ਼ਨ ਕੀ ਹੁੰਦਾ? ਪਰ ਕੋਰ ਸਕਿੱਲ ਹੈਜ਼ ਟੂ ਅਸੈਂਸ਼ੀਅਲ ਫॉर ਇੰਪਲੋਇਮੈਂਟ। ਉਹ ਜਿਹੜੇ ਸਕਿੱਲਸ ਜਿਹੜੇ ਅਸੈਂਸ਼ੀਅਲ ਵਾਸਤੇ ਹੈਗੇ, ਅਸੈਂਸ਼ੀਅਲ ਹੈਗੇ ਇੰਪਲੋਇਮੈਂਟ ਵਾਸਤੇ, ਉਹਨਾਂ ਦੀ ਡਿਵੈਲਪਮੈਂਟ ਨੂੰ ਧਿਆਨ ਦੇ। ਬੀ ਜੈਨਰਿਕ ਉਹ ਜਿਹੜੇ ਸਕਿੱਲ ਹੋਣੇ ਚਾਹੀਦੇ ਜੈਨਰਿਕ ਹੁੰਦੇ, ਹਰ ਵਰਕ ਵਾਸਤੇ ਅਪਲਾਈ ਹੋ ਸਕਣ ਐਟ ਐਂਟਰੀ ਲੈਵਲ। equip individual to participate effectively in workplace and more effectively। ਉਹ ਸਕਿੱਲ ਜੇ ਆਪਾਂ ਕਿਸੇ ਬੰਦੇ ਨੂੰ ਦੇ ਦਈਏ, ਦੇ ਅੰਦਰ ਡਾਲ ਦਈਏ, ਅਤੇ ਉਹ ਬੰਦਾ ਕਰੇ ਪ੍ਰੋਪਰਲੀ, ਦੂਜੇ ਨਾਲੋਂ ਐਡਵਾਂਟੇਜ 'ਤੇ ਹੋਵੇ। ਠੀਕ ਹੈ। ਅਤੇ ਵਰਕ ਜ਼ਿਆਦਾ ਵਧੀਆ ਕਰ ਸਕੇ। ਇਨਵੋਲਵ ਐਪਲੀਕੇਸ਼ਨ ਆਫ ਨੌਲੇਜ ਐਂਡ ਸਕਿੱਲ। ਆਪਣੀ ਨਾਲੇ ਉਹ ਸਕਿੱਲ ਜਿਹੜਾ ਤੁਸੀਂ ਸਕਿੱਲ ਜਿਹੜਾ ਕਮੇਟੀ ਬਣਾਉਂਦੀ ਹੈ ਉਹ ਉਹਦਾ ਸ਼ੋਰ ਕਰੇਗੀ ਕਿ ਹਾਂ ਵੀ ਉਹ ਆਪਣੀ ਨੌਲੇਜ ਨੂੰ ਇਸਤੇਮਾਲ ਕਰ ਸਕੇ। ਠੀਕ ਹੈ। ਅਤੇ ਨਾਲੇ ਉਹ ਸਕਿੱਲ ਜਿਹੜਾ ਹੋਣਾ ਚਾਹੀਦਾ ਉਹ ਲਰਨ ਕਰ ਸਕੇ। ਅਤੇ ਠੀਕ ਹੈ। ਐਂਡ ਬਾਅਦ ਟਾਈਮ ਉਹਦੀ ਅਸੈਸਮੈਂਟ ਵੀ ਕੀਤੀ ਜਾ ਸਕੇ। ਕਮੇਟੀ ਆਸਟ੍ਰੇਲੀਆ ਵਿੱਚ ਕਮੇਟੀ ਇਸ ਤਰ੍ਹਾਂ ਬਣਾਈ ਜਾਂਦੀ ਹੈ ਕਿ ਉਹ ਸਾਰਾ ਕੁਝ ਇਹਨੂੰ ਸਰਚ ਕਰੇ। ਇਹ ਤੁਹਾਨੂੰ ਪੁਆਇੰਟਸ ਇਸ ਜਿਹੜੇ ਹੈਗੇ ਨੇ, ਆਸਟ੍ਰੇਲੀਆ ਦੀ ਕੋਈ ਵੀ ਜਨਰਲ ਸਕਿੱਲ ਡਿਵੈਲਪਮੈਂਟ ਦੀ ਕਮੇਟੀ ਹੋਏਗੀ ਉਹ ਇਹ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਚੱਲਦੀ ਹੈ। ਯੂਕੇ ਵਿੱਚ ਵੇਰੀਅਸ ਸਕਿੱਲਸ ਨੂੰ 2 ਕੈਟੇਗਰੀ 'ਚ ਵੰਡਿਆ ਗਿਆ ਹੈ। 3 ਬੇਸਿਕ ਸਕਿੱਲਸ ਐਂਡ 3 ਅੰਡਰ ਕੀ ਸਕਿੱਲਸ, ਵਾਈਡਰ ਕੀ ਸਕਿੱਲਸ, 3 ਵਾਈਡਰ ਕੀ ਸਕਿੱਲਸ। ਇਹ ਵਾਈਡਰ ਹੈਗਾ ਜੇ। ਬੇਸਿਕ ਸਕਿੱਲ ਸਭ ਤੋਂ ਪਹਿਲਾਂ ਤੁਸੀਂ ਕਿਤੇ ਜਾਂਦੇ ਹੋ ਕਮਿਊਨੀਕੇਸ਼ਨ, ਫਿਰ ਬਾਅਦ 'ਚੋਂ ਨੰਬਰ ਐਪਲੀਕੇਸ਼ਨ ਆਫ ਨੰਬਰਸ, ਡੇਟਾ ਨੂੰ ਇੰਟਰਪ੍ਰੇਟ ਕਰਨਾ ਆਉਂਦਾ, ਯੂਜ਼ ਆਫ ਇਨਫੋਰਮੇਸ਼ਨ ਟੈਕਨੋਲੋਜੀ। ਇਹ ਤਾਂ ਅੱਜ ਕੱਲ੍ਹ ਦੀ ਨੈਸੈਸਿਟੀ ਹੋ ਗਈ। ਅਤੇ ਵਾਈਡਰ ਕੀ ਸਕਿੱਲਸ ਹੈਗੇ ਨੇ? ਟੀਮ ਵਰਕ। ਠੀਕ ਹੈ ਜੀ। ਇੰਪਰੂਵਿੰਗ ਓਨ ਲਰਨਿੰਗ ਐਂਡ ਪਰਫੋਰਮੈਂਸ। ਆਪਣੇ ਆਪ ਨੂੰ ਆਪਣੀ ਯਾਨੀ ਕਿ ਲਾਈਫ ਲੌਂਗ ਲਰਨਿੰਗ ਦਾ ਪਾਰਟ ਹੋ ਗਿਆ ਹੈ। ਠੀਕ ਹੈ ਜੀ। ਆਪਣੇ ਆਪ ਨੂੰ ਇੰਪਰੂਵ ਕਰੀ ਜਾਣਾ। ਅਤੇ ਪ੍ਰੋਬਲਮ ਸੋਲਵਿੰਗ, ਇਹ ਸਾਰਾ ਕੁਛ ਪਾਰਟ ਇਹ 3 ਅਲੱਗ-ਅਲੱਗ ਕੈਟੇਗਰੀਜ਼ 'ਚ ਵੇਰੀਅਸ ਸਕਿੱਲਸ ਨੂੰ ਵੰਡ ਦਿੱਤਾ ਗਿਆ। ਦੋ ਕੈਟੇਗਰੀ 'ਚ 3 ਸਕਿੱਲ ਆਉਂਦੇ, 3 ਬੇਸਿਕ ਐਂਡ 3 ਵਾਈਡਰ। ਇਹ 3 ਵਾਈਡਰ ਸਕਿੱਲਸ ਜਾਂ ਬੇਸਿਕ ਨੂੰ ਡਿਫਾਈਨ ਕੀਤਾ ਜਾਂਦਾ ਵੇਰੀਅਸ ਸਟੇਜਿਸ 'ਤੇ। ਸਭ ਤੋਂ ਪਹਿਲਾਂ ਵੇਖੋ, ਈਚ ਆਫ 6 ਸਕਿੱਲਸ ਡਿਫਾਈਨਡ ਐਟ 5 ਲੈਵਲਸ। ਇਹ ਜਿਹੜੇ 6 ਸਕਿੱਲ ਹੈਗੇ ਆ, 3 ਇੱਧਰ ਅਤੇ 3 ਇੱਧਰ, ਇਹਨਾਂ ਨੂੰ 5 ਲੈਵਲਾਂ 'ਤੇ ਡਿਫਾਈਨ ਕੀਤਾ ਜਾਂਦਾ। ਸਭ ਤੋਂ ਪਹਿਲਾਂ ਵੇਖੋ ਕਿਹੜਾ ਆਏਗਾ? ਫਾਊਂਡੇਸ਼ਨ। ਫਿਰ ਬਾਅਦ 'ਚੋਂ ਕਰਾਫਟ। ਠੀਕ ਹੈ। ਉਸ ਤੋਂ ਉੱਪਰ ਕੌਣ ਆਏਗਾ? ਸੁਪਰਵਾਈਜ਼ਰ। ਉਸ ਤੋਂ ਉੱਪਰ ਕੌਣ ਆਏਗਾ? ਜੂਨੀਅਰ ਮੈਨੇਜਰ। ਉਸ ਤੋਂ ਉੱਪਰ ਕੌਣ ਆਏਗਾ? ਮੈਨੇਜਰ। ਸਭ ਤੋਂ ਲੋ ਲੈਵਲ 'ਤੇ ਕੀ ਰਿਸਪੋਂਸੀਬਿਲਿਟੀ, ਇਹ ਜਿਹੜੀ ਪ੍ਰੋਗਰੈਸ ਹੈਗੀ ਹੈ, ਇਹ ਪ੍ਰਮੋਸ਼ਨ ਹੁੰਦੀ ਹੈ, ਕਿਤੇ ਡਿਸਾਈਡਡ ਹੁੰਦੀ ਹੈ ਔਨ ਦ ਬੇਸਿਸ ਕਿਤੋਂ ਡਿਪੈਂਡ ਕਰੇਗੀ ਕਿਹੜਾ ਬੰਦਾ ਮੈਨੇਜਰ ਲਾਣਾ, ਕਿਹੜਾ ਬੰਦਾ ਜੂਨੀਅਰ ਮੈਨੇਜਰ ਲਾਣਾ, ਕਿਹੜਾ ਬੰਦਾ ਸੁਪਰਵਾਈਜ਼ਰ ਲਾਣਾ, ਕਿਹੜਾ ਬੰਦਾ ਕਰਾਫਟਮੈਨਸ਼ਿਪ 'ਤੇ ਲਾਣਾ, ਕਿਹੜਾ ਬਿਲਕੁਲ ਐਂਟਰੀ ਲੈਵਲ ਜੋਬ ਪੀਓਨ ਵਗੈਰਾ ਲਾਣਾ। ਇਹ ਸਭ ਉਹਦੀ ਕਿੱਦਾਂ ਲਾਣਾ, ਇਹ ਸਾਰੀ ਕੁਆਲਿਟੀਜ਼ ਨੂੰ ਦੇਖਦੇ ਹੋਏ। ਠੀਕ ਹੈ ਜੀ। ਪ੍ਰੋਗਰੈਸ਼ਨ ਇਨ ਟਰਮਸ, ਜਿੱਦਾਂ ਪ੍ਰਮੋਸ਼ਨ ਵਧੇਗੀ ਉੱਦਾਂ ਡਿਗਰੀ ਆਫ ਰਿਸਪੋਂਸੀਬਿਲਿਟੀ ਕੀ ਹੋਏਗੀ? ਵੱਧ ਜਾਏਗੀ। ਡਿਗਰੀ ਆਫ ਰਿਸਪੋਂਸੀਬਿਲਿਟੀ ਆਫ ਲਰਨਿੰਗ ਫॉर ਯੂਜ਼ਿੰਗ ਦ ਸਕਿੱਲਸ। ਮੋਰ ਕੰਪਲੈਕਸ ਐਂਡ ਡਿਮਾਂਡਿੰਗ ਸਟਾਰਸ ਪ੍ਰੋਬਲਮ ਐਂਡ ਸਿਚੁਏਸ਼ਨ। ਜਿੱਦਾਂ ਪ੍ਰਮੋਸ਼ਨ ਹੁੰਦੀ ਜਾਏਗੀ ਇਹਨਾਂ ਲੈਵਲਸ 'ਤੇ ਅਤੇ ਉੱਦਾਂ ਹੀ ਉਹਨਾਂ ਦੀ ਪ੍ਰੋਬਲਮਸ ਨੂੰ ਕੀ ਹੋਏਗੀ? ਪ੍ਰੋਬਲਮਸ ਵੀ ਡਿਫੀਕਲਟ ਕੰਪਲੈਕਸ ਹੁੰਦੀਆਂ ਜਾਣਗੀਆਂ। ਠੀਕ ਹੈ ਜੀ। ਕਿਉਂਕਿ ਅਸੀਂ ਐਕਸਪੈਕਟ ਕਰਦੇ ਹਾਂ ਕਿ ਜਿਹੜਾ ਬੰਦਾ ਮੈਨੇਜਰ ਹੈਗਾ ਉਹ ਜ਼ਿਆਦਾ ਵਧੀਆ ਤਰੀਕੇ ਨੂੰ, ਜ਼ਿਆਦਾ ਬੰਦਿਆਂ ਨੂੰ ਪੂਰੀ ਚੀਜ਼ ਨੂੰ ਮੈਨੇਜ ਕਰ ਲਿਆ ਹੈਗਾ, ਤਾਂ ਉਹਦੇ ਅੰਦਰ ਜ਼ਿਆਦਾ ਅੱਛੇ ਸਕਿੱਲਸ ਹੋਣੇ ਚਾਹੀਦੇ। ਠੀਕ ਹੈ। ਇਸ ਕਰਕੇ ਯੂਕੇ ਵਿੱਚ ਕਿਸ ਤਰ੍ਹਾਂ ਕਨਫੈਡਰੇਸ਼ਨ ਡਿਫਾਈਨਡ ਇੰਪਲੋਏਬਿਲਿਟੀ ਕੁਆਲਿਟੀਜ਼ ਐਂਡ
competencies needed to be possessed by employability skill ਕੀ ਹੁੰਦਾ ਹੈ ਯੂਕੇ ਕਨਫਿਗਰੇਸ਼ਨ ਯੂਕੇ ਵਿੱਚ ਇੰਪਲੋਏਬਿਲਿਟੀ ਸਕਿੱਲ ਤੋਂ ਕੀ ਆ ਜਾਂਦਾ ਇਹੋ ਜਿਹੀ ਕੁਆਲਿਟੀਜ਼ ਜਿਹੜੇ ਕਿ ਇੰਡੀਵਿਜੂਅਲ ਅੰਦਰ ਹੋਣੇ ਚਾਹੀਦੀਆਂ ਟੂ ਮੀਟ ਦ ਚੇਂਜਿੰਗ ਨੀਡ ਆਫ ਇੰਪਲੋਇਰਸ ਐਂਡ ਕਸਟਮਰਸ thereby help to realize his or her aspiration and potential at work ਠੀਕ ਹੈ ਜੀ ਕਿ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਇਹੋ ਜਿਹੀ ਕੁਆਲਿਟੀਜ਼ ਹੋਣੀਆਂ ਚਾਹੀਦੀਆਂ ਬੰਦੇ ਦੇ ਅੰਦਰ ਜਿਹੜਾ ਕਿ ਆਪਣੇ ਆਪ ਨੂੰ ਅਤੇ ਉਹਦੇ ਕੰਪਨੀਜ਼ ਦੇ ਵਿੱਚ ਚੇਂਜਿੰਗ ਇਨਵਾਇਰਮੈਂਟ ਨੂੰ ਅਡੈਪਟ ਕਰ ਪਾਏ ਅਤੇ ਆਪਣੀ ਜਿਹੜਾ ਸਕਿੱਲ ਸੈਟ ਉਹਨੂੰ ਇਸਤੇਮਾਲ ਕਰ ਸਕੇ ਅਤੇ ਆਪਣੀ ਜਿਹੜੇ ਵੀ ਉਹ ਗੋਲਸ ਲੈ ਕੇ ਚੱਲ ਰਿਹਾ ਉਹ ਆਪਣੇ ਅਚੀਵ ਕਰ ਸਕੇ ਠੀਕ ਹੈ ਅਤੇ ਆਪਣਾ ਪੂਰਾ ਪੋਟੈਂਸ਼ੀਅਲ ਦਿਖਾ ਸਕੇ ਯੂਜ਼ਿੰਗ ਦੈਟ ਸਕਿੱਲ ਸੈਟ ਠੀਕ ਹੈ ਜੀ ਕੈਨੇਡਾ ਵਿੱਚ ਜਿਹੜੇ ਜਨਰਲ ਸਕਿੱਲਸ ਉਹਨੂੰ ਇੰਪਲੋਏਬਿਲਿਟੀ ਸਕਿੱਲਸ ਕਿਹਾ ਜਾਂਦਾ ਉਹਦੇ ਵਿੱਚ ਕੀ ਹੈਗਾ ਉਹਨੂੰ ਵੱਖਰੇ ਵੱਖਰੇ ਭਾਗਾਂ 'ਚ ਵੰਡਿਆ ਗਿਆ ਕੈਨੇਡਾ ਵਿੱਚ ਜਨਰਲ ਸਕਿੱਲਸ ਨੂੰ ਵੱਖਰੇ ਵੱਖਰੇ ਭਾਗਾਂ 'ਚ ਵੰਡਿਆ ਗਿਆ ਜਿੱਦਾਂ ਕਿ ਸਭ ਤੋਂ ਪਹਿਲਾਂ ਹੋਣਗੇ ਫੰਡਾਮੈਂਟਲ ਉਹੀ ਸਕਿੱਲ ਸਭ ਤੋਂ ਪਹਿਲਾਂ ਫੰਡਾਮੈਂਟਲ ਸਕਿੱਲ ਦੇ ਵਿੱਚ ਕੀ ਹੋਵੇਗਾ ਕਮਿਊਨੀਕੇਸ਼ਨ ਸਕਿੱਲ ਹੋਏਗਾ ਫਿਰ ਬਾਅਦ 'ਚ ਕੀ ਤੁਹਾਡਾ ਕੀ ਆ ਜਾਏਗਾ ਇਨਫੋਰਮੇਸ਼ਨ ਨੂੰ ਇੰਟਰਪ੍ਰੈਟ ਕਰਨਾ ਆ ਜਾਏਗਾ ਨੰਬਰਸ ਦੇ ਨਾਲ ਡੇਟਾ ਨੂੰ ਇੰਟਰਪ੍ਰੈਟ ਕਰਨਾ ਇਨਫੋਰਮੇਸ਼ਨ ਟੈਕਨੋਲੋਜੀ ਥਿੰਕ ਸੋਲਵ ਪ੍ਰੋਬਲਮਸ ਠੀਕ ਹੈ ਫਿਰ ਉਹਦੇ ਵਿੱਚ ਪਰਸਨਲ ਮੈਨੇਜਮੈਂਟ ਸਕਿੱਲਸ ਆ ਪਰਸਨਲ ਮੈਨੇਜਮੈਂਟ ਸਕਿੱਲ ਦੇ ਅੰਦਰ ਕੀ ਹੋ ਜਾਏਗਾ अपना एटीट्यूड दिखाना ठीक है बिहेवियर बी रिस्पॉन्सिबल बी अडेप्टेबल लर्निंग कंटिन्यूसली एंड वर्क सेफली ये सारा किता पार्ट बन जाते ये फंडामेंटल स्किल में इस उतरिया सब चीज़ां आंदियां ते पर्सनल मैनेजमेंट विच कि तुसीं अपनी एबिलिटी दिखानी पॉजिटिव एटीट्यूड तुहाडा लर्निंग एटीट्यूड तुहाडा वर्क सेफली रिस्पॉन्सिबिलिटी तुसीं किद्दां शो करदे हो तुहाडा पर्सनल मैनेजमेंट विच आ जांदा टीम वर्क स्किल्स फिर ਇਹ ਵੀ ਕੈਟੇਗਰੀ ਜਨਰਲ ਸਕਿੱਲਸ ਦਾ ਹੀ ਪਾਰਟ ਹੈ ਐਂਡ ਓਰੀਐਂਟੇਸ਼ਨ ਟੂ ਵੈਲਿਊਜ਼ ਐਂਡ ਫਿਰ ਐਥੀਕਲ ਆਪਣੇ ਆਪ ਇੰਟੈਗ੍ਰਿਟੀ ਬਣਾ ਕੇ ਰੱਖਣਾ ਸੈਲਫ ਐਸਟੀਮ ਐਂਡ ਇੰਟੈਗ੍ਰਿਟੀ ਠੀਕ ਹੈ ਇਹ ਸਭ ਕੁਆਲਿਟੀਜ਼ ਜਨਰਲ ਸਕਿੱਲਸ ਕੈਨੇਡਾ ਵਿੱਚ ਬੜਾ ਇੰਪੋਰਟੈਂਟ ਦਿੱਤਾ ਗਿਆ ਅਤੇ ਇਹ ਫਰਦਰ ਕੈਟੇਗਰਾਈਜੇਸ਼ਨ ਕੀਤੀ ਗਈ ਹੈ ਕਿ ਫੰਡਾਮੈਂਟਲ ਸਕਿੱਲ ਕਿਹੜੇ ਹੋਣਗੇ ਪਰਸਨਲ ਮੈਨੇਜਮੈਂਟ ਸਕਿੱਲ ਕਿਹੜੇ ਹੋਣਗੇ ਕਿ ਉਹਦੇ ਵਿੱਚ ਟੀਮ ਵਰਕ ਸਕਿੱਲ ਅਤੇ ਐਥੀਕਲ ਵੈਲਿਊਜ਼ ਵਗੈਰਾ ਸਭ ਦੇਖੀਆਂ ਜਾਂਦੀਆਂ ਠੀਕ ਹੈ US ਵਿੱਚ ਸਕੈਨਸ ਪ੍ਰੋਗਰਾਮ ਰਨ ਕੀਤਾ ਜਾਂਦਾ ਸੈਕਰੇਟਰੀ ਕਮੇਟੀਜ਼ ਔਨ ਅਚੀਵਿੰਗ ਨੈਸੈਸਰੀ ਸਕਿੱਲਸ US ਵਿੱਚ ਜਨਰਲ ਸਕਿੱਲਸ ਨੂੰ ਨੈਸੈਸਰੀ ਸਕਿੱਲਸ ਕਿਹਾ ਜਾਂਦਾ ਇਹਨਾਂ ਵਿੱਚ ਵੀ ਹੋਗਾ ਫਾਊਂਡੇਸ਼ਨ ਸਕਿੱਲ ਉਹੀ ਵਗੈਰਾ ਕਮਿਊਨੀਕੇਸ਼ਨ ਸਕਿੱਲ ਵਗੈਰਾ ਆ ਗਏ ਸਾਰਾ ਕੁਝ ਨੰਬਰਸ ਇਨਫੋਰਮੇਸ਼ਨ ਟੈਕਨੋਲੋਜੀ ਐਂਡ ਆਲ ਠੀਕ ਹੈ ਜੀ ਹਾਇਰ ਆਰਡਰ ਥਿੰਕਿੰਗ ਸਕਿੱਲਸ ਦੇ ਵਿੱਚ ਕੀ ਆ ਜਾਏਗਾ ਅਡੈਪਟੇਸ਼ਨ ਆ ਜਾਏਗੀ ਲਰਨਿੰਗ ਆ ਜਾਏਗੀ ਕ੍ਰੀਏਟੀਵਿਟੀ ਆ ਜਾਏਗੀ ਡਿਸੀਜਨ ਮੇਕਿੰਗ ਆ ਜਾਏਗੀ इंटरपर्सनल एंड टीम स्किल्स ਵਿੱਚ ਕੀ ਆ ਜਾਏਗਾ ਵੀ ਕੋਆਪਰੇਸ਼ਨ ਕਮਿਊਨੀਕੇਸ਼ਨ ਨੈਗੋਸ਼ੀਏਸ਼ਨ ਅਗਰ ਕਿਤੇ ਕਨਫਲਿਕਟ ਹੋ ਗਿਆ ਤਾਂ ਉਹਨੂੰ ਰਿਜ਼ੋਲਵ ਕਰਨਾ ਠੀਕ ਹੈ ਲੀਡਰਸ਼ਿਪ ਡੀਲਿੰਗ ਵਿਦ ਡਾਈਵਰਸਿਟੀ ਪਰਸਨਲ ਕਰੈਕਟਰਿਸਟਿਕ ਵਿੱਚ ਕੀ ਆ ਜਾਏਗਾ ਕਿ ਤੁਸੀਂ ਬੋਲਦੇ ਕਿ ਕਮਿਊਨੀਕੇਸ਼ਨ ਆ ਜਾਏਗੀ ਤੁਹਾਡਾ ਫਿਰ ਬਾਅਦ 'ਚ ਬਿਹੇਵੀਅਰ ਆ ਜਾਏਗਾ ਠੀਕ ਹੈ ਪੋਲਾਈਟਨੈਸ ਗੋਲ ਗੋਲ ਸੈਟਿੰਗ ਪ੍ਰਜ਼ਰਵੈਂਸ ਠੀਕ ਹੈ ਜੀ ਪਰਸੀਵਰੈਂਸ ਠੀਕ ਹੈ ਜੀ ਇਹ ਸਾਰਾ ਕੁਝ ਤੁਹਾਡੀ ਸੈਲਫ ਪਰਸਨਲ ਕਰੈਕਟਰਿਸਟਿਕ ਵਾ ਜਾਏਗਾ US ਵਿੱਚ ਇੰਨਾ ਕੁ ਭਾਗਾਂ ਵਿੱਚ ਜਨਰਲ ਸਕਿੱਲਸ ਤੋਂ ਵੰਡਿਆ ਗਿਆ ਹੈ ਠੀਕ ਹੈ ਬੇਟਾ ਅਤੇ ਹੁਣ ਲਾਈਫ ਲੌਂਗ ਲਰਨਿੰਗ ਇਹ ਲਾਸਟ ਇਸ ਪਾਰਟ ਹੈ ਠੀਕ ਹੈ ਜੀ ਅਤੇ ਇਸ ਚੈਪਟਰ ਦਾ ਅਤੇ ਲਾਈਫ ਲੌਂਗ ਲਰਨਿੰਗ ਵਿੱਚ ਬੇਟਾ ਤੁਸੀਂ ਇਹਦੇ ਮਤਲਬ ਬੱਚੇ ਅਸੀਂ ਸਾਰੀ ਜ਼ਿੰਦਗੀ ਸਿੱਖਦੇ ਰਹਿੰਦੇ ਕਹਿਣ ਵਾਲੀ ਗੱਲ ਨਹੀਂ ਹੈਗੀ ਤੁਸੀਂ ਵੇਖਿਓ ਕਦੀ ਆਪਣੇ ਤੁਸੀਂ ਬਿਹੇਵ ਕਰ ਦਿੰਦੇ ਹੋ ਕਿਸੇ ਸਿਚੁਏਸ਼ਨ ਨਾਲ ਤੁਸੀਂ ਬਾਅਦ 'ਚੋਂ ਰਿਲਾਈਜ਼ ਕਰਦੇ ਹੋ ਕਿ ਨਹੀਂ ਯਾਰ ਇਹਨੂੰ ਮੈਂ ਇਸ ਤਰੀਕੇ ਨਾਲ ਵੀ ਟੈਕਲ ਕਰ ਸਕਦਾ ਫਿਰ ਤੁਸੀਂ ਉਸ ਅਗਲੀ ਵਾਰੀ ਜੇ ਸੇਮ ਸਿਚੁਏਸ਼ਨ ਤੁਹਾਡੇ ਸਾਹਮਣੇ ਆਉਂਦੀ ਹੈ ਤੁਸੀਂ ਹੋਰ ਤਰੀਕੇ ਨਾਲ ਉਸ ਨੂੰ ਟੈਕਲ ਕਰਦੇ ਹੋ ਠੀਕ ਹੈ ਨਾ ਕਿ ਬਿਕੋਜ਼ ਯੂ ਹੈਵ ਲਰਨ ਫਰੋਮ ਦੈਟ ਐਕਸਪੀਰੀਅੰਸ ਮਤਲਬ ਅਸੀਂ ਵੀ ਸਿੱਖਦੇ ਪਏ ਹਾਂ ਤੁਸੀਂ ਵੀ ਸਿੱਖਦੇ ਰਹੋਗੇ ਠੀਕ ਹੈ ਅਗਰ ਜਿਸ ਬੰਦੇ ਵਿੱਚ ਐਟੀਟਿਊਡ ਹੁੰਦਾ ਹੈ he or she definitely gets success in his life in his or her life learning continues throughout life not confined to child ਤੁਸੀਂ ਸੋਚੀਏ ਕਿ ਅਸੀਂ ਬੱਚੇ ਹਾਂ ਤਾਂ ਅਸੀਂ ਬੱਚੇ ਹੁੰਦੇ ਸਿੱਖਣਾ ਭਾਵੇਂ ਵੱਡੇ ਹੋ ਗਏ ਅਸੀਂ ਸਿੱਖਣਾ ਬੰਦ ਕਰ ਦਈਏ ਤਾਂ ਫਿਰ ਤੁਸੀਂ ਮਤਲਬ ਡਿਗਰੇਡੇਸ਼ਨ ਵੱਲ ਜਾ ਰਹੇ ਹੋ ਠੀਕ ਹੈ ਮੀਨਸ ਐਜੂਕੇਸ਼ਨ ਰਿਜ਼ਲਟਿੰਗ ਫਰੋਮ ਇੰਟੈਗ੍ਰੇਸ਼ਨ ਆਫ ਇਹਦੇ ਵਿੱਚ ਫਾਰਮਲ ਐਜੂਕੇਸ਼ਨ ਵੀ ਹੁੰਦੀ ਹੈ ਅਤੇ ਨਾਨ ਫਾਰਮਲ ਐਜੂਕੇਸ਼ਨ ਮਤਲਬ ਜੇ ਤੁਸੀਂ ਸਕੂਲ ਕਾਲਜਸ ਵਗੈਰਾ ਜਾਂ ਮੰਦਰਾਂ 'ਚ ਗੁਰਦੁਆਰਿਆਂ 'ਚ ਜਾ ਕੇ ਤੁਸੀਂ ਜੋ ਨੌਲੇਜ ਐਕਵਾਇਰ ਕੀਤੀ ਹੈ ਕਿ ਠੀਕ ਹੈ ਦੈਟ ਇਜ਼ ਫਾਰਮਲ ਅਤੇ ਨਾਨ ਫਾਰਮਲ ਹੁੰਦਾ ਜਿਹੜਾ ਕਿ ਤੁਸੀਂ ਵਰਕ ਪਲੇਸ 'ਚ ਜਾ ਰਹੇ ਹੋ ਜਾਂ ਮੰਦਿਰ 'ਚ ਜਾ ਕੇ ਅਤੇ ਤੁਸੀਂ ਸੁਸਾਇਟੀ 'ਚ ਜੋ ਨੌਲੇਜ ਗੇਨ ਕਰਦੇ ਹੋ ਠੀਕ ਹੈ ਦੈਟ ਇਜ਼ ਨਾਨ ਫਾਰਮਲ ਐਜੂਕੇਸ਼ਨ ਸੋ ਐਜ਼ ਟੂ ਕ੍ਰੀਏਟ ਐਬਿਲਿਟੀ ਫॉर ਕੰਟੀਨਿਊਅਸ ਡਿਵੈਲਪਮੈਂਟ ਆਫ ਲਾਈਫ ਇਹ ਸਭ ਚੀਜ਼ਾਂ ਸਿੱਖ ਕੇ ਤੁਸੀਂ ਆਪਣੇ ਆਪ ਨੂੰ ਇੱਕ ਵਧੀਆ ਪਰਸਨ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਦਿਸ ਇਜ਼ ਕਾਲਡ ਲਾਈਫ ਲੌਂਗ ਲਰਨਿੰਗ ਲਰਨਿੰਗ ਕਦੋਂ ਕੰਟੀਨਿਊ ਰਹਿੰਦੀ ਇਟ ਸਟਾਰਟਸ ਫਰੋਮ ਬਰਥ ਐਂਡ ਟੂ ਟਿਲ ਦੀ ਐਂਡ ਆਫ ਦੀ ਲਾਈਫ ਤੁਸੀਂ ਸਾਰੀ ਜ਼ਿੰਦਗੀ ਹੀ ਸਿੱਖਦੇ ਰਹਿੰਦੇ ਹੋ ਲਰਨਿੰਗ ਕਿੱਥੇ ਸ਼ੁਰੂ ਹੁੰਦੀ ਸਭ ਤੋਂ ਪਹਿਲਾਂ ਤੁਹਾਡੀ ਫੈਮਿਲੀ ਤੋਂ ਬਾਅਦ ਤੁਹਾਡੀ ਮੁਹੱਲਿਆਂ 'ਚ ਸੁਸਾਇਟੀ 'ਚ ਸਕੂਲ 'ਚ ਰਿਲੀਜੀਅਸ ਇੰਸਟੀਟਿਊਸ਼ਨ 'ਚ ਵਰਕ ਪਲੇਸਿਸ ਸਭ ਬੰਦਾ ਨੂੰ ਹਰ ਜਗ੍ਹਾ ਬੰਦਾ ਸਿੱਖਦਾ ਹੀ ਰਹਿੰਦਾ ਹੈ ਠੀਕ ਹੈ ਜੀ
ਜਿਹੜੀ 6 ਤੋਂ 24 ਸਾਲ ਤੱਕ ਦੀ ਲਰਨਿੰਗ ਹੁੰਦੀ ਹੈ ਉਹਦੇ ਵਿੱਚ ਤੁਸੀਂ ਜਿੱਦਾਂ ਕਾਲਜ ਸਕੂਲ 'ਚ ਕੀ ਸਿੱਖਦੇ ਹੋ, ਉਹਦੇ ਵਿੱਚ ਤੁਹਾਡੀ ਹੋਲਿਸਟਿਕ ਡਿਵੈਲਪਮੈਂਟ ਹੁੰਦੀ ਹੈ। ਕੀ ਹੁੰਦੀ ਹੈ? ਹੋਲਿਸਟਿਕ ਡਿਵੈਲਪਮੈਂਟ ਆਫ ਲਰਨਰ ਇਨ 4 ਆਸਪੈਕਟਸ, 4 ਆਸਪੈਕਟ ਤੋਂ ਤੁਹਾਡੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ। ਜਦੋਂ ਤੁਸੀਂ ਸਕੂਲ ਕਾਲਜਸ ਵਗੈਰਾ ਮੰਦਰਾਂ 'ਚ ਪੜ੍ਹਦੇ ਹੋ, ਐਜੂਕੇਸ਼ਨ ਇੰਸਟੀਟਿਊਟ 'ਚ ਫਿਜ਼ੀਕਲ, ਤੁਹਾਡੀ ਫਿਜ਼ੀਕਲੀ ਗਰੋਥ ਹੋਣੀ ਚਾਹੀਦੀ ਹੈ, ਤੁਹਾਡੀ ਇੰਟੈਲੈਕਟ, ਤੁਹਾਡਾ ਮੈਂਟਲ ਗਰੋਥ ਹੋਣਾ ਚਾਹੀਦਾ, ਇਮੋਸ਼ਨਲੀ ਮੈਂਟਲ ਡਿਵੈਲਪਮੈਂਟ ਹੋਣਾ ਚਾਹੀਦਾ, ਸੋਸ਼ਲ ਕੈਪੈਸਿਟੀ, ਤੁਹਾਡੀ ਸੁਸਾਇਟੀ ਵਿੱਚ ਆਪਣੇ ਆਪ ਨੂੰ ਅਡੈਪਟ ਕਰਨ ਦੀ ਕੈਪੇਬਿਲਿਟੀ ਵੀ ਬਣਨੀ ਚਾਹੀਦੀ। ਇਹ ਸਭ 4 ਚੀਜ਼ਾਂ ਤੁਹਾਡੇ ਅੰਦਰ ਡਿਵੈਲਪ ਹੋਣੀ ਚਾਹੀਦੀਆਂ ਜਦੋਂ ਤੁਸੀਂ ਕਾਲਜ ਵਗੈਰਾ 'ਚ ਪੜ੍ਹ ਕੇ ਨਿਕਲਦੇ ਹੋ ਸਕੂਲ ਕਾਲਜਸ 'ਚੋਂ। ਜਦੋਂ 25 ਤੋਂ 60 ਸਾਲ ਤੱਕ, ਉਹ ਤਾਂ ਮਤਲਬ ਸਾਰੀ ਜ਼ਿੰਦਗੀ ਹੋ ਗਈ। ਉਹਦੇ ਵਿੱਚ ਤੁਸੀਂ ਇਹਨੂੰ ਕਹਿੰਦੇ ਇਨਫੋਰਮਲ ਲਰਨਿੰਗ, ਇਹਦੇ ਵਿੱਚ ਤੁਸੀਂ ਆਪਣੀ ਵਰਕ ਪਲੇਸ ਦੇ ਥਰੂ ਸਿੱਖਦੇ ਹੋ, ਠੀਕ ਹੈ, ਆਪਣੇ ਕੋਲੀਗਸ ਕੋਲ ਸਿੱਖਦੇ ਹੋ, ਠੀਕ ਹੈ, ਥਰੂ ਮਾਸ ਮੀਡੀਆ, ਮਤਲਬ ਕਿ ਤੁਸੀਂ ਜਿਹੜਾ ਕਿ ਤੁਸੀਂ ਟੀ ਵੀ 'ਚੋਂ ਸਿੱਖਦੇ ਹੋ, ਇਨਫੋਰਮੇਸ਼ਨ ਟੈਕਨੋਲੋਜੀ, ਐਨਵਾਇਰਨਮੈਂਟ ਐਂਡ ਨੇਚਰ, ਤੁਸੀਂ ਮਤਲਬ ਇਹ ਵਾਲੀ ਲਰਨਿੰਗ ਤੁਹਾਡੀ ਇਨਫੋਰਮਲ ਐਜੂਕੇਸ਼ਨ ਦਾ ਪਾਰਟ ਹੈ ਜੋ ਕਿ ਸਾਰੀ ਉਮਰ ਚੱਲਦੀ ਰਹਿੰਦੀ ਹੈ। ਇੰਪੋਰਟੈਂਸ ਆਫ ਲਾਈਫ ਲੌਂਗ ਲਰਨਿੰਗ, ਕਿਉਂ ਜ਼ਰੂਰੀ ਹੈਗਾ ਕਿ ਬੰਦੇ ਦਾ ਅੰਦਰ ਲਰਨਡ ਸਾਰੀ ਜ਼ਿੰਦਗੀ ਲਰਨ ਕਰਨ ਦੀ ਜਾਂ ਸਿੱਖਣ ਦੀ ਕਪੈਸਿਟੀ ਹੋਵੇ। ਅਤੇ ਇੱਦਾਂ ਕੀ ਹੋਏਗਾ, ਜਿਹੜੇ ਅੰਦਰ ਬੰਦੇ ਅੰਦਰ ਇਹ ਹੋਏਗਾ ਉਹ ਹਮੇਸ਼ਾ ਕੰਪੀਟੈਂਟ ਰਹੇਗਾ, ਉਹ ਆਪਣੇ ਆਪ ਨੂੰ ਹਮੇਸ਼ਾ ਅਪਡੇਟਡ ਰਹੇਗਾ ਅਤੇ ਆਪਣੇ ਆਪ ਨੂੰ ਦੂਜਿਆਂ ਤੋਂ ਅੱਗੇ ਰੱਖੇਗਾ, ਅਤੇ ਪ੍ਰਮੋਸ਼ਨ ਹੋਣ ਦੇ ਜਾਂ ਆਪਣੀ ਜ਼ਿੰਦਗੀ 'ਚ ਪ੍ਰੋਗਰੈਸ ਹੋਣ ਦੇ ਚਾਂਸ ਵੀ ਹੋਣਗੇ, ਵਧੀਆ ਹੋਣਗੇ। ਐਕਵਾਇਰ ਨੌਲੇਜ ਐਂਡ ਬੀ ਏਬਲ ਟੂ ਰੀਲੋਕੇਟ ਇਨ ਨਿਊ ਏਰੀਆਸ ਆਫ ਬਿਜ਼ਨਸ, ਉਹਨੇ ਕੁਝ ਸਿੱਖਿਆ ਅਤੇ ਆਪਣੀ ਪ੍ਰਮੋਸ਼ਨ ਕਰਾਉਣੀ ਹੋਈ ਤਾਂ ਉਸ ਸਿੱਖ ਕੇ ਉਹਨੂੰ ਯੂਜ਼ ਕਰਕੇ ਅੱਗੇ ਕਰਵਾ ਸਕਦਾ। ਐਕਵਾਇਰ ਸਕਿੱਲ ਫॉर ਪ੍ਰਮੋਸ਼ਨ, ਐਕਵਾਇਰ ਨਵੀਂ ਲੈਂਗੁਏਜ ਸਿੱਖਣਾ, ਕਦੀ ਤੁਸੀਂ ਡਿਫਰੈਂਟ ਸਟੇਟ 'ਚ ਜਾ ਕੇ ਜੋਬ ਕਰਦੇ ਹੋ ਤਾਂ ਤੁਸੀਂ ਉਹਨਾਂ ਲੈਂਗੁਏਜ ਐਕਵਾਇਰ ਕਰ ਲੈਂਦੇ ਹੋ। ਫਿਰ ਤਾਂ ਪਹਿਲੇ ਇਨੀਸ਼ੀਅਲੀ ਤੁਹਾਡਾ ਪੈਕੇਜ ਘੱਟ ਲੱਗਦਾ ਬਿਕੋਜ਼ ਤੁਹਾਡੀ ਲੈਂਗੁਏਜ ਸਕਿੱਲਸ ਠੀਕ ਨਹੀਂ ਹੁੰਦੇ, ਬਟ ਜਦੋਂ ਤੁਸੀਂ ਉੱਥੇ ਰਹਿੰਦੇ ਹੋ ਤੁਹਾਡਾ ਲੈਂਗੁਏਜ ਡਿਵੈਲਪ ਹੋ ਜਾਂਦਾ, ਫਿਰ ਤੁਹਾਡਾ ਪੇ ਸਕਿੱਲ ਕੀ ਹੁੰਦਾ, ਰਾਈਜ਼ ਕਰ ਜਾਂਦਾ, ਸਟੈਂਡਰਡ ਆਫ ਲਿਵਿੰਗ ਵੱਧ ਜਾਂਦਾ। ਰਿਮੇਨਸ ਅਪਡੇਟਡ ਵਿਦ ਨਿਊ ਡਿਵੈਲਪਮੈਂਟ ਐਂਡ ਏਰੀਆ ਆਫ ਐਕਸਪਰਟਿਜ਼ ਐਂਡ ਟੈਕਨੋਲੋਜੀ, ਜਿਹੜਾ ਬੰਦਾ ਲਰਨ ਕਰਦਾ ਰਹਿੰਦਾ, ਸਿੱਖਦਾ ਰਹਿੰਦਾ, ਉਹ ਨੋ ਡਾਊਟ ਆਪਣੇ ਆਪ ਨੂੰ ਅਪਡੇਟ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ ਨਵੀਂ ਟੈਕਨੋਲੋਜੀ ਦੇ ਨਾਲ, ਨਵੀਂ ਅਵੇਲੇਬਲ ਐਜੂਕੇਸ਼ਨ ਦੇ ਨਾਲ। ਅਤੇ ਉਹ ਇਸ ਤਰ੍ਹਾਂ ਕੀ ਹੋਏਗਾ, ਉਹ ਆਲਵੇਸ ਦੂਜਾ ਬੰਦਾ ਜਿਹੜਾ ਕਿ ਸਟੈਟਿਕ ਹੋ ਜਾਏ, ਜਿਹੜਾ ਸੋਚਦਾ ਕਿ ਮੈਨੂੰ ਸਭ ਕੁਛ ਆਉਂਦਾ, ਉਹ ਤੋਂ ਅੱਗੇ ਨਿਕਲ ਹੀ ਜਾਂਦਾ ਫਾਈਨਲੀ। ਤਾਂ ਬੇਟਾ ਯਾਨੀ ਕਿ ਜਨਰਲ ਸਕਿੱਲਸ ਦੇ ਅੰਦਰ ਤੁਸੀਂ ਵੇਖਿਆ ਹੋਣਾ, ਇਹ ਸਿਰਫ ਉਹਦਾ ਇੰਟਰੋਡਕਸ਼ਨ ਪਾਰਟ ਸੀਗਾ ਇਸ ਸਬਜੈਕਟ ਦਾ। ਅਤੇ ਤੁਸੀਂ ਦੇਖ ਰਹੇ ਹੋ ਕਿ ਇਹ ਬੇਸਿਕਲੀ ਉਹ ਕੁਆਲਿਟੀਜ਼ ਬਾਰੇ ਪੜ੍ਹਿਆ ਜਾਏਗਾ ਜਿਸ ਨਾਲ ਕਿ ਤੁਹਾਨੂੰ ਵਧੀਆ ਇਨਸਾਨ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ, ਅਤੇ ਜਿੰਨਾ ਕਿ ਤੁਸੀਂ ਆਪਣੀ ਜ਼ਿੰਦਗੀ 'ਚ ਸਕਸੈਸਫੁਲ ਹੋ ਪਾਓ। ਇਹ ਹੱਸਣ ਵਾਲਾ ਸਬਜੈਕਟ ਤੁਹਾਨੂੰ ਲੱਗਦਾ ਹੈ ਕਿ ਬੜਾ ਕੀ ਪੜ੍ਹ ਰਹੇ ਅਸੀਂ ਸ਼ਲੋਕ ਬੋਲਣ, ਬਟ ਬੇਟੇ ਅਸੀਂ ਕਿਤੇ ਨਾ ਕਿਤੇ ਲਾਈਫ ਸਾਡੀ ਇੰਨੀ ਫਾਸਟ ਹੋ ਗਈ ਹੈ, ਤਾਂ ਅਸੀਂ ਜਿਹੜੀ ਆਪਣੀ ਮੋਰਲ ਵੈਲਿਊਜ਼ ਨੇ ਉਹਨਾਂ ਨੂੰ ਕੀ ਕਰਦੇ ਪਏ ਹਾਂ, ਭੁੱਲਦੇ ਜਾਂਦੇ ਪਏ ਹਾਂ। ਠੀਕ ਹੈ ਜੀ, ਓਕੇ। ਤੋ ਅਗਲਾ ਲੈਕਚਰ 'ਚ ਆਪਾਂ ਇਸ ਚੈਪਟਰ ਦੀ ਇੰਟਰੋਡਕਸ਼ਨ, ਇਸ ਸਬਜੈਕਟ ਦੀ ਇੰਟਰੋਡਕਸ਼ਨ ਦੇ ਦਿੱਤੀ ਹੈ, ਅਤੇ ਅਗਲਾ ਫਿਰ ਮਿਲਦੇ ਹਾਂ ਅਗਲੇ ਲੈਕਚਰ 'ਚ। ਥੈਂਕ ਯੂ।